ਵਾਹਿਗੁਰੂ ਜੀ। ਮਮ ਪੈ ਦੁਆਏ ਸਰਨ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਸਰਨਨਾਥ ਤੋਰੀ ਸਰਨਨਾਥ ਤੋਰੀ, ਸ਼ਰਨ ਜੋਗ ਸ਼ਰਨੰ ਪ੍ਰਭੂ ਦਰਸ ਪਾਏ। ਮਿਟੇ ਜਨਮ ਮਰਨੰ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟ ਸੋਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਖਾਲਸਾ ਸਾਧ ਸੰਗਤ ਜੀ, ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਯੂਕੇ ਦੀਆਂ ਸਮੂਹ ਸੰਗਤਾਂ ਨੇ ਮਿਲ ਕਰਕੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਔਰ ਦਮਦਮੀ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਤਿੰਨਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਅੱਜ ਪ੍ਰਾਰੰਭ ਹੋਏ ਨੇ। ਮੇਰੇ ਤੋਂ ਪਹਿਲਾਂ ਆਪ ਜੀ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੁਹਾਡੇ ਸਾਹਮਣੇ ਰਾਗੀ ਸਿੰਘ ਨੇ ਰੱਖੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਜਿੱਡਾ ਵੱਡਾ ਦੁਨੀਆ ਵਿੱਚ ਕੋਈ ਨਹੀਂ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਬਾਣੀ ਅੰਦਰ ਪ੍ਰਮਾਣ ਦਿੱਤਾ ਹੈ, ਸੁਣੀ ਅਰਦਾਸ ਸੁਆਮੀ ਮੇਰੇ। ਜਦੋਂ ਮੇਰੇ ਪ੍ਰਭੂ ਅਕਾਲ ਪੁਰਖ ਨੇ ਅਰਦਾਸ ਬੇਨਤੀ ਸੁਣੀ ਤਾਂ ਕੀ ਹੋਇਆ? ਸਗਲ ਕਲਾ ਬਣਾਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ ਬੜੀ ਗਹਿਰੀ ਪੰਕਤੀ ਹੈ, ਇਹਦਾ ਅਰਥ ਵੀ ਬੜਾ ਗਹਿਰਾ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਚੌਂ ਯੁੱਗਾਂ ਦੇ ਵਿੱਚ ਹੈ। ਅੱਜ ਤੱਕ ਜਿੰਨੇ ਅਵਤਾਰ ਹੋਏ ਨੇ ਉਹਨਾਂ ਦੀ ਵਡਿਆਈ ਉਸ ਯੁੱਗ ਵਿੱਚ ਹੋਈ ਜਦੋਂ ਪ੍ਰਗਟ ਹੋਏ, ਉਹਨਾਂ ਨੇ ਅਵਤਾਰ ਧਾਰਿਆ। ਪਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਧਾਰਮ ਗ੍ਰੰਥਾਂ ਦੇ ਅੰਦਰ ਵਡਿਆਈ ਕਹੀ ਗਈ, ਕਥਨ ਕੀਤੀ ਗਈ। ਗੁਰੂ ਅਰਜਨ ਸਾਹਿਬ ਜੀ ਨੇ ਤਾਂ ਹੀ ਇਹ ਗੱਲ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਚੌਂ ਯੁੱਗਾਂ ਦੇ ਅੰਦਰ ਪ੍ਰਗਟ ਹੈ। ਸਤਿਗੁਰੂ ਜੀ ਕਲਯੁੱਗ ਦੇ ਵਿੱਚ ਪ੍ਰਗਟ ਹੋਏ ਨੇ, ਪਰ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਦੁਨੀਆ ਦੇ ਅੰਦਰ ਵਿਦਵਾਨਾਂ ਨੂੰ, ਮਹਾਂਪੁਰਸ਼ਾਂ ਨੂੰ, ਅਵਤਾਰਾਂ ਨੂੰ ਪਤਾ ਸੀ ਕਿ ਕੋਈ ਐਸਾ ਸਮਾਂ ਆਵੇਗਾ ਜਦੋਂ ਘੋਰ ਕਲਯੁੱਗ ਹੋਵੇਗਾ। ਉਦੋਂ ਆਪ ਅਕਾਲ ਪੁਰਖ ਵਾਹਿਗੁਰੂ ਸਰਗੁਣ ਸਰੂਪ ਧਾਰਨ ਕਰਨਗੇ।
ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਬੜੇ ਪ੍ਰਮਾਣ ਦੇ ਕੇ ਦੱਸਿਆ ਕਿ ਜਿੰਨੇ ਵੀ ਸੰਸਾਰ ਵਿੱਚ ਰਿਖੀ ਮੁਨੀ ਅਵਤਾਰ ਹੋਏ, ਸਾਰਿਆਂ ਨੇ ਆਪੋ ਆਪਣੇ ਪੰਥ ਚਲਾਏ, ਪਰ ਦੁਨੀਆ ਦਾ ਕਿਸੇ ਭਲਾ ਨਹੀਂ ਕੀਤਾ। ਜਦੋਂ ਧਰਤੀ ਨੇ ਜਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਪੁਕਾਰ ਕੀਤੀ ਤਾਂ ਉਸ ਵੇਲੇ ਪੁੱਛਿਆ ਕਿ ਇੰਨੇ ਅਵਤਾਰ ਭੇਜੇ ਨੇ, ਤੇਰੀ ਕਿਸੇ ਰੱਖਿਆ ਨਹੀਂ ਕੀਤੀ। ਧਰਤੀ ਨੇ ਆਖਿਆ, ਬਿਲਕੁਲ ਕੋਈ ਮੇਰੀ ਰੱਖਿਆ ਨਹੀਂ ਕਰ ਰਿਹਾ। ਗੁਰਬਾਣੀ ਅੰਦਰ ਪ੍ਰਮਾਣ ਵੀ ਨੇ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਜਦੋਂ ਪਾਪਾਂ ਦੇ ਨਾਲ ਕਾਲੀ ਹੋ ਗਈ, ਉਪਦਰਵ ਬੜੇ ਵੱਧ ਗਏ, ਤਾਂ ਧਰਤੀ ਨੇ ਜਾ ਕੇ ਪੁਕਾਰ ਕੀਤੀ ਤੇ ਅਕਾਲ ਪੁਰਖ ਨੇ ਕਿਹਾ ਸੀ ਆਪ ਸਰਗੁਣ ਸਰੂਪ ਧਾਰਨ ਕਰਕੇ ਆਵਾਂਗੇ। ਆਓ ਮੈਂ ਤੁਹਾਡੇ ਸਾਹਮਣੇ ਗੋਪਾਲ ਤਾਪਨੀ ਉਪਨਿਸ਼ਦ ਔਰ ਸਿਮਰਤੀਆਂ ਦੇ ਪ੍ਰਮਾਣ, ਭਵਿੱਖਤ ਪ੍ਰਾਣ ਦਾ ਪ੍ਰਮਾਣ ਔਰ ਕੁਰਾਨ ਸ਼ਰੀਫ ਦਾ ਇੱਕ ਪ੍ਰਮਾਣ ਦੇਵਾਂਗਾ ਕਿ ਉਹਨਾਂ ਵੀ ਕਿਹਾ ਗੁਰੂ ਨਾਨਕ ਸਾਹਿਬ ਦੁਨੀਆ ਵਿੱਚ ਆਉਣਗੇ। ਚੌਂ ਯੁੱਗਾਂ ਵਿੱਚ ਗੁਰੂ ਨੇ ਗੱਲ ਕਹੀ ਹੈ, ਗੁਰੂ ਦੀ ਵਡਿਆਈ ਹੈ। ਗੋਪਾਲ ਤਾਪਨੀ ਉਪਨਿਸ਼ਦ ਦੇ ਵਿੱਚ ਇਹ ਲਿਖਿਆ ਹੈ, ਸਦਾ ਸੱਚ ਦਾ ਆਨੰਦ ਰੂਪ ਆਇਆ, ਕ੍ਰਿਸ਼ਨ ਆਏ ਕਲਮ ਕ੍ਰਿਸ਼ਟ ਕਰਮਣੇ, ਨਮੋ ਵੇਦਾਂਤ ਵੇਦ ਗੁਰ ਸਾਖਣੇ। ਇਹਦੇ ਅਰਥ ਕਰਾਂ ਤੇ ਬੜਾ ਸਮਾਂ ਲੱਗੇਗਾ, ਮੈਂ ਸੂਖਸ਼ਮ ਜੀ ਗੱਲ ਸਾਹਮਣੇ ਰੱਖਦਾ। ਸਦਾ ਸੱਚ ਦਾ ਆਨੰਦ, ਇਹਦਾ ਅਰਥ ਬਣਦਾ ਹੈ ਸਤ, ਚਿੱਤ ਤੇ ਆਨੰਦ। ਮਨੁੱਖ ਦੀਆਂ 5 ਅੰਸ਼ਾਂ ਨੇ, ਸੱਚ, ਚਿੱਤ ਤੇ ਆਨੰਦ। ਇਹ ਪ੍ਰਮਾਤਮਾ ਦੀ ਅੰਸ਼ ਹੈ। ਨਾਮ ਤੇ ਰੂਪ ਜੀਵ ਦੀ ਹੈ। ਨਾਮ ਤੇ ਰੂਪ ਨਹੀਂ ਰਹਿੰਦਾ, ਪਰ ਸਰੀਰ ਨਾਸ ਹੋਣ ਤੋਂ ਬਾਅਦ ਸੱਤ, ਚਿੱਤ, ਆਨੰਦ ਸਰੂਪ ਜੋ ਆਤਮਾ ਹੈ, ਉਹਦਾ ਨਾਸ ਨਹੀਂ ਹੁੰਦਾ। ਉਹ ਪ੍ਰਮਾਤਮਾ ਦੀ ਅੰਸ਼ ਹੈ। ਐਸਾ ਜੋ ਸੱਚ ਦਾ ਆਨੰਦ ਰੂਪ ਆਇਆ, ਕ੍ਰਿਸ਼ਨਾਏ। ਕ੍ਰਿਸ਼ਨਾਏ ਦਾ ਅਰਥ ਹੈ ਘਟਣ ਵਧਣ ਵਾਲਾ, ਪਰ ਪ੍ਰਮਾਤਮਾ ਨਾ ਘਟਦਾ ਹੈ ਨਾ ਵੱਧਦਾ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਤੇ ਕਲਯੁਗ ਦੇ ਵਿੱਚ ਜਦੋਂ ਬਹੁਤ ਘੋਰ ਪਾਪ ਹੋਣਗੇ, ਜਿੱਥੇ ਵੀ ਉਪਨਿਸ਼ਦਾਂ ਵਿੱਚ, ਵੇਦਾਂ ਵਿੱਚ ਗੁਰੂ ਵਚਨ ਆਇਆ, ਉੱਥੇ ਗੁਰੂ ਨਾਨਕ ਦਾ ਸੰਬੋਧਨ ਹੈ, ਨਮੋ ਵੇਦਾਂਤ ਵੇਦ ਗੁਰ ਸਾਖਣੇ। ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਣਗੇ। ਇਸ ਗੱਲ ਦੀ ਗੋਪਾਲ ਉਪਨਿਸ਼ਦ ਜਿਹੜੀ ਹੈ ਉਹ ਵੀ ਸਾਖ ਗਵਾਹੀ ਭਰਦੀ ਹੈ। ਇੱਥੇ ਬਸ ਨਹੀਂ, ਸਿਮਰਤੀਆਂ ਵਿੱਚ ਵੀ ਪ੍ਰਮਾਣ ਮਿਲਦੇ ਨੇ। ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਦੇਵ ਮਹੇਸ਼ਰਾ, ਗੁਰਦੇਵ ਸਾਖਿਆਤਕਾਰ ਬ੍ਰਹਮ ਦਰਸ਼ੀ ਤਸਮਈ ਸ੍ਰੀ ਗੁਰ ਏ ਨਮਹਿ। ਜੋ ਬ੍ਰਹਮਾ ਦਾ ਵੀ ਗੁਰੂ ਹੈ, ਵਿਸ਼ਨੂੰ ਦਾ ਵੀ ਗੁਰੂ ਹੈ, ਸ਼ਿਵ ਜੀ ਦਾ ਵੀ ਗੁਰੂ ਹੈ, ਅਕਾਲ ਪੁਰਖ ਜਿਹੜਾ ਉਹਨਾਂ ਨੂੰ ਭੇਜਣ ਵਾਲਾ ਹੈ, ਉਹਦੇ ਸਰੂਪ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੰਸਾਰ ਵਿੱਚ ਪ੍ਰਗਟ ਹੋਣਗੇ, ਕਲਯੁਗ ਦੇ ਵਿੱਚ ਅਵਤਾਰ ਲੈਣਗੇ। 18 ਪ੍ਰਾਣ ਮੰਨੇ, ਇਹਨਾਂ ਵਿੱਚੋਂ ਇੱਕ ਭਵਿੱਖਤ ਪ੍ਰਾਣ ਹੈ, ਜਿਹੜੀ ਆਉਣ ਵਾਲੇ ਸਮੇਂ ਦੀ ਗੱਲ ਕਹਿੰਦਾ ਹੈ। ਉਹਦੇ ਵਿੱਚ ਲਿਖਿਆ, ਏਵੰਗ ਵੈ ਧਰਮ ਪਰਾਚੁਰਯੰ ਭਵਿੱਖਤ ਯਦਾ ਕਲੋ। ਭਵਿੱਖਤ ਪ੍ਰਾਣ ਵਿੱਚ ਲਿਖਿਆ ਕਿ ਏਵੰਗ ਵੈ ਧਰਮ ਪਰਾਚੁਰਯੰ। ਏਵੰਗ ਨਿਸ਼ਚੇ ਕਰਕੇ, ਵੈ ਦਾ ਅਰਥ ਹੈ ਉਹ, ਵੈ ਸੁਤ, ਵੈ ਬਿਤ, ਵੈ ਪੁਰ ਪਾਟਣ ਬੌਰ ਨਾ ਦੇਖੇ ਆਏ, ਉੱਥੇ ਵੀ ਉਹ ਦਾ ਅਰਥ ਹੈ। ਵੈ ਦਾ ਅਰਥ ਹੈ ਉਹ।
ਏਵੰ ਨਿਸ਼ਚੇ ਕਰਕੇ ਉਹ ਅਕਾਲ ਪੁਰਖ ਪ੍ਰਮਾਤਮਾ ਪ੍ਰਭੂ ਜਿਹੜਾ ਹੈ ਉਹ ਧਰਮ ਨੂੰ ਪ੍ਰਚਾਰਨ ਵਾਸਤੇ, ਫੈਲਾਉਣ ਵਾਸਤੇ ਆਵੇਗਾ ਕਦੋਂ? ਯਦਾ ਭਵਿੱਛਤ ਕਲੋ, ਯਦਾ ਜਦੋਂ ਕਲਯੁਗ ਦਾ ਟਾਈਮ ਆਵੇਗਾ। ਤਥਾ ਵੈ ਲੋਕ ਰਖਿਆਰਥੰ, ਤਥਾ ਕਹੀਏ ਤਦੋਂ, ਵੈ ਕਹੀਏ ਉਹ ਅਕਾਲ ਪੁਰਖ ਪ੍ਰਭੂ ਆਪ ਸਰਗੁਣ ਸਰੂਪ ਧਾਰਨ ਕਰਕੇ ਆਵੇਗਾ ਲੋਕਾਂ ਦੀ ਰੱਖਿਆ ਕਰਨ ਵਾਸਤੇ, ਲੁਕਾਈ ਦੀ। ਤਥਾ ਵੈ ਲੋਕ ਰਖਿਆਰਥੰ ਮਲੇਸ਼ਾਨਾ ਨਾਸ ਹੇਤਵੇ, ਮਲੇਸ਼ ਪ੍ਰਿਸ਼ਟ ਬੁੱਧੀ ਵਾਲਿਆਂ ਦਾ ਨਾਸ ਕਰਨ ਵਾਸਤੇ ਆਵੇਗਾ। ਸੰਸਾਰ ਦੇ ਅੰਦਰ ਪ੍ਰਗਟ ਹੋਵੇਗਾ, ਗੁਰੂ ਨਾਨਕ ਉਹਨਾਂ ਦਾ ਨਾਮ ਹੋਵੇਗਾ। ਕਹਿੰਦੇ ਨੇ ਕਿੱਥੇ ਪ੍ਰਗਟ ਹੋਣਗੇ? ਤਾਂ ਕਹਿੰਦੇ ਨੇ ਬੇਦੀ ਬੰਸੇਚ ਨਾਨਕੋ, ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣਗੇ। ਭਵਿੱਛਤ ਪ੍ਰਾਣ ਦਾ ਪ੍ਰਮਾਣ ਹੈ। ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਲਿਖਿਆ ਵੀ ਗੁਰੂ ਨਾਨਕ ਕਲਯੁਗ ਦੇ ਵਿੱਚ ਅਵਤਾਰ ਧਾਰਨਗੇ। ਗੁਰੂ ਅਰਜਨ ਸਾਹਿਬ ਨੇ ਤਦੇ ਤੇ ਕਹਿ ਦਿੱਤਾ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕਿਸੇ ਅਵਤਾਰ ਦੀ ਵਡਿਆਈ ਆਉਣ ਤੋਂ ਪਹਿਲਾਂ ਨਹੀਂ, ਚੌਂ ਯੁਗਾਂ ਵਿੱਚ ਨਹੀਂ। ਇੱਕ ਧੰਨ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦੀ ਵਡਿਆਈ ਚੌਂ ਯੁਗਾਂ ਵਿੱਚ ਪ੍ਰਗਟ ਹੈ, ਪ੍ਰਗਟ ਹੋਈ ਹੈ, ਆਉਣ ਤੋਂ ਪਹਿਲਾਂ ਹੋਈ ਹੈ। ਜਦੋਂ ਮੁਹੰਮਦ ਸਾਹਿਬ ਸਰੀਰ ਛੱਡਣ ਲੱਗੇ ਤਾਂ ਉਹਨਾਂ ਦੇ ਚੇਲਿਆਂ ਨੇ, ਸੇਵਕਾਂ ਨੇ ਪੁੱਛਿਆ, ਮਹਾਰਾਜ ਤੁਸੀਂ ਦੁਨੀਆ ਤੋਂ ਜਾ ਰਹੇ ਹੋ, ਤੁਸੀਂ ਲੁਕਾਈ ਦਾ ਭਲਾ ਕਰਨ ਵਾਸਤੇ ਆਏ ਸੀ, ਪਰ ਦੁਨੀਆ ਤੇ ਜੇ ਬਹੁਤ ਵਿਗੜੀ ਹੈ, ਦੁਨੀਆ ਸੁਧਰੀ ਨਹੀਂ, ਕਿਸੇ ਦਾ ਭਲਾ ਜੇ ਬਹੁਤਾ ਨਹੀਂ ਹੋਇਆ, ਕੀ ਹੁਣ ਲੁਕਾਈ ਦਾ ਇਹੋ ਹਾਲ ਰਵੇਗਾ? ਉਹਨਾਂ ਕਿਹਾ ਨਹੀਂ, ਹੁਣ ਕਲਯੁਗ ਦੇ ਜੇ ਖੁਦਾ ਖੁਦ ਆਪ ਸਰੀਰ ਧਾਰਨ ਕਰਕੇ ਪ੍ਰਗਟ ਹੋਣਗੇ, ਆਉਣਗੇ ਸੰਸਾਰ ਦੇ ਅੰਦਰ। ਜੋ ਭੱਟਾਂ ਨੇ ਸਵਈਆਂ ਵਿੱਚ ਪ੍ਰਮਾਣ ਦਿੱਤੇ ਨੇ, ਆਪ ਨਾਰਾਇਣ ਕਲਾ ਧਾਰ, ਐਸਾ ਜਿਹੜਾ ਪ੍ਰਭੂ ਅਕਾਲ ਪੁਰਖ ਹੈ ਉਹ ਜਗ ਦੇ ਅੰਦਰ ਪ੍ਰਵਿਰਤ ਹੋਣਗੇ, ਪ੍ਰਗਟ ਹੋਣਗੇ, ਅਵਤਾਰ ਲੈਣਗੇ। ਕੁਰਾਨ ਸ਼ਰੀਫ ਦੇ ਅੰਦਰ ਇਹ ਆਇਤ ਲਿਖੀ ਹੋਈ ਹੈ, ਕਲਾ ਕਾਲਾ ਰਸੂਲ ਇਲਾਹਾ। ਪ੍ਰਭੂ ਦੁਨੀਆ ਦੇ ਭਲੇ ਵਾਸਤੇ ਸੰਸਾਰ ਵਿੱਚ ਆਵੇਗਾ। ਲੈ ਆਖਰੇ ਤੇ ਜ਼ਮਾਨੇ ਨਾਨਕ ਅਨਸ਼ਾ। ਇਸ ਕਲਯੁਗ ਦੇ ਜ਼ਮਾਨੇ ਦੇ ਅੰਦਰ ਨਾਨਕ ਸ਼ਾਹ ਕਰਕੇ ਮੁਹੰਮਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਵਡਿਆਇਆ ਹੈ। ਨਾਨਕ ਅਨਸ਼ਾਹ ਅਲ ਹੁਕਮੇ ਅਲ ਉਮਤੀ ਫਾਤ ਏ ਆਈਨ। ਅਲ ਦਾ ਅਰਥ ਹੈ ਅੱਲਾ, ਖੁਦਾ, ਅਕਾਲ ਪੁਰਖ ਵਾਹਿਗੁਰੂ, ਉਹਦੀ ਉਮਤ ਜੋ ਸ੍ਰਿਸ਼ਟੀ ਹੈ। ਅਲ ਉਮਤੀ ਅਲ ਹੁਕਮੇ, ਉਸ ਅੱਲਾ, ਖੁਦਾ, ਵਾਹਿਗੁਰੂ, ਅਕਾਲ ਪੁਰਖ ਦੇ ਹੁਕਮ ਦੇ ਨਾਲ ਗੁਰੂ ਨਾਨਕ ਸਾਹਿਬ ਕੀ ਕਰਨਗੇ? ਫਾਤ ਏ ਆਈਨ,
ਮੁਸਲਮਾਨ ਫਾਤਿਹ ਪੜ੍ਹਦੇ ਨੇ ਜਨਮ ਤੇ ਮਰਨ ਤੇ ਵੀ ਖੁਦਾ ਦੇ ਦਰ ਤੇ ਪ੍ਰਵਾਨ ਹੋਵੇ। ਉਹਨੇ ਕਿਹਾ ਗੁਰੂ ਨਾਨਕ ਸਾਹਿਬ ਐਸੀ ਫਾਤਿਹ ਸਿੱਖਾਂ ਨੂੰ ਦੇਣਗੇ, ਮੂਲ ਮੰਤਰ ਅਤੇ ਗੁਰਮੰਤਰ, ਜਿਹੜਾ ਜਨਮ ਤੋਂ ਲੈ ਕੇ ਮਰਨ ਕਾਲ ਤੱਕ ਸਿੱਖ ਪੜ੍ਹਨਗੇ ਤੇ ਉਸ ਸਿਮਰਨ ਦਾ ਸਦਕਾ, ਉਸ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਦਕਾ ਪਰਲੋਕ ਵਿੱਚ ਵੀ ਰੱਖਿਆ ਹੋਵੇਗੀ। ਐਸੇ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦੀ ਵਡਿਆਈ ਕਥਨ ਨਹੀਂ ਕੀਤੀ ਜਾ ਸਕਦੀ। ਜਦੋਂ ਸੰਸਾਰ ਦੇ ਵਿੱਚ ਆਏ, ਭਾਈ ਗੁਰਦਾਸ ਸਾਹਿਬ ਜੀ ਨੇ ਵਾਰ ਵਿੱਚ ਪ੍ਰਮਾਣ ਵੀ ਦਿੱਤਾ ਹੈ ਕਿ ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੱਧਾ। ਕਿਉਂ? ਕੁੱਤੇ ਦਾ ਮਾਸ ਚੀੜਾ ਬੜਾ ਹੁੰਦਾ ਹੈ, ਇਹ ਸ਼ਰਾਬ ਤੋਂ ਬਿਨਾਂ ਨਹੀਂ ਬਣਦਾ, ਗਲਦਾ ਹੀ ਨਹੀਂ। ਭਾਈ ਗੁਰਦਾਸ ਸਾਹਿਬ ਨੇ ਤੱਤ ਕੱਢ ਕੱਢ ਕੇ ਗੱਲਾਂ ਲਿਖੀਆਂ ਨੇ। ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ ਜਦੋਂ ਬਣ ਗਿਆ, ਧਰਿਆ ਮਾਨਸ ਖੋਪਰੀ, ਮਰੇ ਬੰਦੇ ਦੀ ਖੋਪਰੀ ਸਿਰ ਦੀ ਲੈ ਕੇ ਉਹਦੇ ਵਿੱਚ ਚੰਡਾਲਣੀ ਨੇ ਪਾ ਲਿਆ। ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਬਦਬੂ ਤੇ ਆਉਣੀ ਸੀ, ਸ਼ਰਾਬ ਦੀ ਤੇ ਮਾਸ ਦੀ ਬਦਬੂ ਆ ਰਹੀ ਹੈ। ਭਾਈ ਸਾਹਿਬ ਨੇ ਬੜੇ ਪ੍ਰਮਾਣ ਦੇ ਕੇ ਅੰਤ ਨੂੰ ਕਹਿ ਦਿੱਤਾ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਉਹ ਨੀਚ ਜਾਤੀ ਦੀ ਇਸਤਰੀ ਢੱਕ ਕੇ ਲੈ ਕੇ ਚੱਲੀ ਹੈ, ਉਹਨੂੰ ਭੋਗਣ ਵਾਸਤੇ, ਖਾਣ ਵਾਸਤੇ। ਕਿਸੇ ਨੇ ਪੁੱਛ ਲਿਆ ਵੀ ਬੀਬੀ ਰਾਣੀ, ਇਹ ਤਾਂ ਅਪਵਿੱਤਰ ਮਾਸ, ਅਪਵਿੱਤਰ ਸ਼ਰਾਬ, ਅਪਵਿੱਤਰ ਖੋਪਰੀ ਵਿੱਚ ਪਾਇਆ ਤੇ ਢੱਕਣ ਦੀ ਕੀ ਲੋੜ ਹੈ? ਢੱਕਿਆ ਵੀ ਪਤਾ ਕਿਹੜੇ ਕੱਪੜੇ ਨਾਲ? ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਲਹੂ ਦਾ ਲਿਬੜਿਆ ਕੱਪੜਾ ਉੱਤੇ ਦਿੱਤਾ। ਉਹਨੇ ਆਖਿਆ ਕੀ ਕਰਾਂ, ਨਦਰ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼। ਅਕਿਰਤ ਘਣ ਬੰਦੇ ਦੀ ਨਿਗਾਹ ਪੈ ਗਈ, ਮੇਰੇ ਖਾਣ ਦੇ ਯੋਗ ਨਹੀਂ ਰਹਿ ਜਾਣਾ। ਕਿੰਨੀ ਅਪਵਿੱਤਰ ਚੀਜ਼ ਹੈ, ਪਵਿੱਤਰ ਚੀਜ਼ ਵਿੱਚ ਤਿਆਰ ਹੋਈ ਹੈ, ਪਵਿੱਤਰ ਭਾਂਡੇ ਵਿੱਚ ਪਾਈ ਹੈ, ਲਹੂ ਦੇ ਕੱਪੜਿਆਂ ਢੱਕੀ ਹੈ। ਉਹ ਖਾਣ ਵਾਲੀ ਵੀ ਕਹਿੰਦੀ ਹੈ ਅਕਿਰਤ ਘਣ ਦੀ ਨਿਗਾਹ ਨਹੀਂ ਪੈਣੀ ਚਾਹੀਦੀ। ਅਕਿਰਤ ਘਣ ਕੌਣ? ਜਿਹੜਾ ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲ ਜਾਵੇ। ਪ੍ਰਭੂ ਨੇ ਸਾਨੂੰ ਸੁੰਦਰ ਸਰੀਰ ਦਿੱਤਾ, ਨੈਣ ਨਕਸ਼ ਦਿੱਤੇ, 5 ਗਿਆਨ ਇੰਦਰੇ, 5 ਕਰਮ ਇੰਦਰੇ ਦਿੱਤੇ। ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ। ਹੱਥ ਦਿੱਤਾ ਹੈ, ਹੱਥ ਦੀ ਗੱਲ ਛੱਡੋ, ਅੰਗੂਠਾ ਹੈ। ਕਦੀ ਆਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰਾ ਧੰਨਵਾਦ ਹੈ, ਤੂੰ ਮੈਨੂੰ ਅੰਗੂਠਾ ਦਿੱਤਾ ਹੈ? ਨਹੀਂ। ਪਰ ਜਿਹਦਾ ਅੰਗੂਠਾ ਹੈ ਨਹੀਂ, ਉਹਨੂੰ ਪੁੱਛੋ ਬਾਜ਼ਾਰੋਂ ਮਿਲ ਜਾਂਦਾ, ਕਿਸੇ ਜਿਹਨੂੰ ਹੱਥ ਹੀ ਨਹੀਂ ਪੈਂਦਾ। ਕਿੰਨੀਆਂ ਅਮੋਲਕ ਵਸਤੂਆਂ ਗੁਰੂ ਨੇ ਦਿੱਤੀਆਂ ਨੇ ਵੀ ਪ੍ਰਭੂ ਦਾ ਚਿੰਤਨ ਕਰ, ਉਹਦੇ ਦਰ ਤੇ ਪ੍ਰਮਾਨ ਹੋ ਜਾ। ਪਰ ਮਨੁੱਖ ਉਹਨੂੰ ਯਾਦ ਨਹੀਂ ਕਰਦਾ। ਯਾਦ ਕਰਦਾ ਵੀ ਹੈ ਤੇ ਕੁਝ ਸਮਾਂ ਕਰਦਾ ਹੈ, ਫਿਰ ਭੁੱਲ ਜਾਂਦਾ ਹੈ, ਉਹਦੇ ਨਾਲ ਜੁੜਦਾ ਨਹੀਂ। ਜਦੋਂ ਮਨੁੱਖ ਨੂੰ ਰੋਂਦਿਆਂ ਵੇਖਿਆ ਤੇ ਗੁਰੂ ਨੇ ਕਿਹਾ ਤੇਰੀ ਗਲਤੀ ਹੈ, ਤੂੰ ਮੇਨ ਸ਼ਕਤੀ ਨਾਲੋਂ ਟੁੱਟ ਗਿਆ, ਆ ਤੈਨੂੰ ਜੋੜਾਂ। ਜੋੜਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਸ਼ਬਦ ਦਾ ਆਸਰਾ ਲਿਆ। ਘਰਾਂ ਘਰਾਂ ਵਿੱਚ ਪਹੁੰਚਾਉਣ ਵਾਸਤੇ ਸੱਚੇ ਪਾਤਸ਼ਾਹ ਨੇ 4 ਉਦਾਸੀਆਂ ਕੱਟੀਆਂ ਨੇ, ਔਰ ਨਾਲ ਆਪਣੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਜਿੱਥੇ ਦੁਖੀ ਵੇਖਦੇ ਨੇ ਉੱਥੇ ਜਾ ਕੇ ਪਹੁੰਚ ਜਾਂਦੇ ਨੇ, ਉਹਦਾ ਦੁੱਖ ਦੂਰ ਕਰ ਦਿੰਦੇ ਨੇ। ਉਹ ਨਹੀਂ ਵੇਖਦੇ ਕਿਹੜੇ ਮੁਲਕ ਦਾ ਬੰਦਾ ਹੈ, ਕਿਹੜੀ ਜਾਤ ਦਾ ਬੰਦਾ ਹੈ, ਕਿਹੜੇ ਪਾਤ ਦਾ ਬੰਦਾ ਹੈ, ਕੀ ਬਰਾਦਰੀ ਹੈ। ਨਹੀਂ, ਮਨੁੱਖਤਾ ਦਾ ਉਧਾਰ ਕਰਨਾ ਹੈ। ਸੱਚੇ ਪਾਤਸ਼ਾਹ ਪਹੁੰਚ ਕੇ ਉਹਦਾ ਭਲਾ ਕਰ ਦਿੰਦੇ ਨੇ। ਇਹ ਸ਼ਬਦ ਨੂੰ ਘਰ ਘਰ ਪਹੁੰਚਾਇਆ ਤੇ ਕਹਿ ਦਿੱਤਾ, ਪਿਆਰਿਓ, ਜਿੰਨਾ ਤੇਰੀ ਤੁਹਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਓਨਾ ਚਿਰ ਤੁਸੀਂ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ।
उत्तराखंड की उदासी विच सिद्धा ने एक प्रश्न किया सी। जदों वेख्या ना बड़ियां शक्तियां ने, इन्हां नूं चेला बना लईए, रिधियां सिद्धियां अगे बहुत ने होर आ जाणगियां, तां उन्हां सोचिया नगुरे ने इन्हां नूं अपने चेले बना लईए। सिद्धा ने पुछया तेरा कमन गुरु किसका तू चेला? मारे हस के कहंदे सिद्धो इहो तां भुलेखा है, इहो तां भरम है, तुसीं भी चेले हो मैं भी चेला है। लुकाई सारी चेला है, गुरु तां एक ही है, वो शब्द है। जदों दी दुनिया बनी है गुरु शब्द ही है। किसी नूं उपदेश देना है शब्द द्वारा ही बोल के ही उपदेश देना है ना, भी शब्द गुरु होया ना। किसी सतपुरख महापुरख दे कोल एक बीबी चले गई, जाके रेजा ते 5 रुपये रख के नमस्कार कर दी। महापुरख पुछदे ने बीबा कितना आए हो? कहन लगी महापुरखो तुहानू गुरु धारण करना ही है। बड़ी उच्ची बिरती सुरती वाले महापुरख सी। उन्हें ये नहीं कहा तू मैनू गुरु ना धारण कर, उन्हें कहा पहले एक गल का जवाब दे भी पहला कदी गुरु धारण किया ही? उन्हें कहा हाँ महापुरखो, जदों मेरी शादी नहीं सी हुई मैं अपने माता पिता दे घर विच रहिंदिआं एक गुरु धारण कीता सी, उहदी सेवा करदी रही है। महापुरख कहंदे फिर की बनिया? वो कित्थे गुरु? कहंदे हुक्म सत्त हो गया है, पाप मर गया है। कहंदे फिर माता पिता ने मेरी शादी कर दी, मैं सहुरियां घर चले गई तो गुरु की तमन्ना मेरे मन में बनी रही भी गुरु धारण करा। मैं अपने स्वामी पति नूं आखिया भी आपां गुरु धारण करिए। असीं लभ्या एक होर संत, उन्होंने जाके असीं गुरु बना लिया। महापुरख कहंदे उहदा की बनिया? कहंदे जो भी राम सत्त हो गया है। महापुरख हस के कहंदे हुण साडा सत्यानाश करना ही आ, दो तो मार आई हाँ, हुण साडे वाल आई आ तेनू ऐसे गुरु नाल जोड़दे आ, मुड़ के तेनू गुरु लभण दी लोड़ नहीं पवेगी। जिहड़ा सदीव काल हर एक समय हर एक जगह ते मौजूद तेनू गुरु मिल जाएगा। गुरु अर्जन साहब ने भी तो इहो गल कही सी सिखां नूं, जदों गुरु ग्रंथ साहब का स्वरूप लिखिया गया, हरमंदर साहब प्रकाश होया, बाबा बुढ़ा साहब ने हुक्मनामा लिया, सतगुरां ने आप कथा की। कवि संतोख सिंह साहब जी ने गुरप्रताप सूरज ग्रंथ के अंदरों पंक्तियां लिखियां ने। उस वेले सतगुरां ने की आख्या कि सतगुर केर शरीर जो सब काल समय सब ना दरसे हैं। जेड़ा तुसी मेरा शरीर वेखदे हो ना, जिन्हों सत्कार नाल सतगुरु आंदे हो, ये सारिया टाइमां विच सारिया जगह ते मेरे तुसी दर्शन नहीं कर सकते। अज मैं अमृतसर हाँ, लुधियाने वाले मेरे दर्शन नहीं कर सकते क्योंकि शरीर व्यापक नहीं। ये भी हो सकता है अज शरीर है तो कल ना होवे, पर ग्रंथ हृदा गुर को इहो जानो, ये गुरु ग्रंथ साहब गुरु का हिरदा है, ये गुरु का स्वरूप है। ग्रंथ हृदा गुरु को इहो जानो, उत्तम है सब काल रहे हैं। ये उत्तम है, श्रोमणी है, फिर सारिया टाइमां विच मौजूद है। ये नहीं भी अज है तो कल गुरु नहीं होवेगा, ये नहीं होवेगा। पूजो चंदन केसर को घस, गुरु ग्रंथ साहब की पूजा करो, चंदन रगड़ के लाओ, केसर लाओ, धूफ धुकाए के फूल चढ़ाए हैं, धूफ धुकाओ फुल चढ़ाओ। मेरे शरीर ते याते है दीर्घ, ये साडे शरीर नालों वड्डे ने, ये उत्तम ने।
ਸਾਡੇ ਸਰੀਰ ਨਾਲੋਂ ਵੱਡੇ ਨੇ। ਨਾਮ ਵੱਡਾ ਹੈ, ਨਾਮੀ ਨਾਲੋਂ ਵੱਡਾ ਹੁੰਦਾ ਹੈ। ਜਿਸ ਵਿਅਕਤੀ ਦਾ ਜਿਹੜਾ ਨਾਮ ਹੈ ਉਹਦੇ ਨਾਲੋਂ ਵੱਡਾ ਹੈ। ਪ੍ਰਧਾਨ ਮੰਤਰੀ ਬੈਠਾ ਹੈ ਰਾਜਧਾਨੀ ਵਿੱਚ, ਉਹ ਕਵੇ ਮੈਂ ਐਮਰਜੈਂਸੀ ਲਾਉਣੀ ਹੈ, ਟੈਕਸ ਲਾਉਣਾ ਹੈ, ਉਹ ਘਰ ਘਰ ਨਹੀਂ ਦੱਸ ਸਕਦਾ। ਉਹਦੇ ਨਾਂ 'ਤੇ ਹੁਕਮਨਾਮਾ ਜਾਰੀ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨੇ ਆਹ ਗੱਲ ਕਹੀ, ਉਹ ਸਾਰੇ ਮੰਨ ਲੈਂਦੇ ਨੇ। ਉਹਦਾ ਨਾਮ ਵੱਡਾ ਹੋਇਆ ਨਾ, ਬੰਦਾ ਤੇ ਵੱਡਾ ਨਹੀਂ। ਗੁਰੂ ਨੇ ਆਖਿਆ ਇਸ ਕਰਕੇ ਮੇਰੇ ਸਰੀਰ ਨਾਲੋਂ ਵੱਡੇ ਨੇ। ਮੇਰੇ ਸਰੀਰ ਤੇ ਯਾਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹੇ ਹੈ, ਮਾਲਕ ਜਾਣ ਕੇ ਇਹਦਾ ਸਤਿਕਾਰ ਕਰੋ, ਨਮਸਕਾਰ ਕਰੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਸਿੱਧਾਂ ਨੂੰ ਆਖਿਆ, ਸਿੱਧੋ ਸ਼ਬਦ ਹੀ ਗੁਰੂ ਹੈ। ਜਦੋਂ ਦੀ ਦੁਨੀਆ ਬਣੀ ਹੈ ਬਸ ਇੱਕ ਭੁਲੇਖਾ ਪਾਇਆ ਜਾਂਦਾ ਹੈ ਕਿ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਨੇ, ਗੱਲ ਤਾਂ ਬਾਣੀ ਦੀ ਕਰਦੇ ਨੇ, ਪਰ ਕਹਿੰਦੇ ਗੁਰੂ ਮੈਂ ਹਾਂ। ਪਰ ਨਹੀਂ, ਸ਼ਬਦ ਹੀ ਗੁਰੂ ਹੈ। ਤਦੇ ਤੇ ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਕਲਗੀਧਰ ਪਾਤਸ਼ਾਹ ਜੀ ਨੇ ਲਾਇਆ। ਇਸ ਸ਼ਬਦ ਨੂੰ ਵੰਡਣ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਦੁਨੀਆ ਭਰ ਦੇ ਵਿੱਚ ਵਿਚਰਨਾ ਕੀਤਾ ਹੈ, ਘਰਾਂ ਘਰਾਂ ਵਿੱਚ ਸ਼ਬਦ ਪਹੁੰਚਾਇਆ ਹੈ। ਜਿੱਥੇ ਵੀ ਗੁਰੂ ਗਏ ਨੇ, ਕਿਸੇ ਨੂੰ ਦੁਖੀ ਵੇਖਿਆ, ਦੀਪਾਲਪੁਰ ਗਏ ਸੀ, ਮਿੰਟ ਗੁਮਰੀ ਦੇ ਲਾਗੇ 7 ਘਰਾਂ ਵਿੱਚ ਸ਼ਾਹੂਕਾਰਨੀ ਤੇ ਸ਼ਾਹੂਕਾਰ ਨੂੰ ਉਪਦੇਸ਼ ਦੇ ਕੇ ਅੱਗੇ ਗਏ ਸੀ। ਉਹ ਕੋੜਾ ਫਕੀਰ ਤੜਫ ਰਿਹਾ ਸੀ ਕੋਲ ਨਾਲ। ਨਾਨਕ ਪ੍ਰਕਾਸ਼ ਵਿੱਚ ਪ੍ਰਮਾਣ ਤੇ ਸਾਖੀ ਆਉਂਦੀ ਹੈ। ਜਦੋਂ ਗੁਰੂ ਦੇ ਦਰਸ਼ਨ ਹੋਏ ਉਹਦੀ ਦਰਦ ਘਟੀ, ਉਹਦਾ ਦੁੱਖ ਘਟਿਆ। ਪਰ ਜਦੋਂ ਅੰਧੇਰਾ ਹੋ ਗਿਆ ਗੁਰੂ ਦੇ ਦਰਸ਼ਨ ਉਹਨੂੰ ਹਟ ਕੇ ਉਹ ਫਿਰ ਤੜਫਣ ਲੱਗ ਪਿਆ। ਹੁਣ ਗੁਰੂ ਕਹਿੰਦੇ ਮਰਦਾਨਿਆਂ, ਤਰਬਾਂ ਛੇੜ, ਤਾਰਾਂ ਛੇੜ, ਰੋ ਰੋ ਅਵਰੋ ਵਜਾ ਧਨਾਸਰੀ ਰਾਗਨੀ ਗਾ, ਬਾਣੀ ਆਈ ਹੈ। ਸੱਚੇ ਪਾਤਸ਼ਾਹ ਨੇ ਸ਼ਬਦ ਗਾਵਿਆ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਾਏ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜਿਹਦੇ ਤਨ ਵਿੱਚੋਂ, ਸਰੀਰ ਵਿੱਚੋਂ, ਮਨ ਵਿੱਚੋਂ ਬਾਣੀ ਵਿਸਰ ਜਾਵੇਗੀ, ਉਹ ਪੱਕੇ ਰੋਗੀ ਕੋੜੀ ਦੀ ਤਰ੍ਹਾਂ ਵਿਰਲਾਪ ਕਰੇਗਾ। ਕਿਉਂਕਿ ਬਾਣੀ ਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲੀ ਹੈ। ਫਕੀਰ ਨੂੰ ਵੀ ਆਖਿਆ, ਫਕੀਰਾ ਮੇਰੇ ਨਾਲ ਨਾ ਜੁੜ, ਅੱਜ ਮੈਂ ਇੱਥੇ ਆ, ਕੱਲ ਤੇਰੇ ਕੋਲ ਨਹੀਂ ਹੋਵਾਂਗਾ। ਤੂੰ ਬਾਣੀ ਨਾਲ ਜੁੜ, ਸ਼ਬਦ ਨਾਲ ਜੁੜ, ਫਿਰ ਤੂੰ ਵਿਛੜੇਗਾ ਨਹੀਂ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਕਾਰਜ ਆਰੰਭ ਕੀਤਾ ਤੇ ਵਿਰੋਧਤਾ ਵੀ ਸ਼ੁਰੂ ਹੋ ਗਈ, ਕਿਉਂਕਿ ਕਦੀ ਵੇਖਿਆ ਹੀ ਨਹੀਂ ਸੀ ਵੀ ਰਾਗ ਦੇ ਵਿੱਚ ਬਾਣੀ ਪੜ੍ਹੀ ਜਾਵੇ। ਜਦੋਂ ਰਾਗ ਗਾਵਿਆ ਜਾਂਦਾ ਸੀ, ਘੁੰਗਰੂਆਂ ਵਾਲੀ ਆ ਜਾਂਦੀ ਸੀ, ਖਾੜੇ ਲੱਗ ਜਾਂਦੇ ਸੀ। ਅੱਜ ਗੱਲ ਨਵੀਂ ਹੈ। ਗੁਰੂ ਕਹਿੰਦੇ ਮਰਦਾਨਿਆਂ, ਆਸਨ ਵਿਛਾ ਰਾਗ ਦਾ, ਬਾਣੀ ਨੇ ਬੈਠਣਾ ਹੈ। ਗੁਰੂ ਬਾਣੀ ਗਾਉਂਦੇ ਨੇ। ਲੋਕਾਂ ਨੇ ਮਰਦਾਨੇ ਨੂੰ ਵੀ ਨਿੰਦਿਆ, ਨੀਚ ਨੂੰ ਨਾਲ ਲਈ ਫਿਰਦੇ ਨੇ, ਸ਼ੂਦਰ ਨੂੰ ਨਾਲ ਲਈ ਫਿਰਦੇ ਨੇ। ਗੁਰੂ ਨੇ ਆਖਿਆ ਜਦੋਂ ਰਾਗ ਕੋਈ ਵੱਡਾ ਛੋਟਾ ਨਹੀਂ ਤੇ ਬੰਦਾ ਵੱਡਾ ਛੋਟਾ ਕਿਸ ਤਰ੍ਹਾਂ ਹੋ ਗਿਆ? ਬੰਦਾ ਵੀ ਵੱਡਾ ਛੋਟਾ ਨਹੀਂ। ਕਰਮਾਂ ਕਰਕੇ ਕੋਈ ਹੋ ਸਕਦਾ ਹੈ, ਜਾਤ ਕਰਕੇ ਕੋਈ ਨਹੀਂ ਹੋ ਸਕਦਾ, ਹਜ਼ੂਰ ਨੇ ਆਖਿਆ। ਕਿਉਂਕਿ ਕੁਝ ਛਾੜਵ ਜਾਤੀ ਦੇ ਰਾਗ ਨੇ, ਕੁਝ ਔੜਵ ਜਾਤੀ ਦੇ ਰਾਗ ਨੇ, ਕੁਝ ਸੰਪੂਰਨ ਜਾਤੀ ਦੇ ਰਾਗ ਨੇ। ਛਾੜਵ ਜਾਤੀ ਜਿਹੜੀ ਹੈ, ਔੜਵ ਜਾਤੀ ਹੈ, ਉਹਦੇ ਵਿੱਚ 6 ਸੁਰਾਂ ਲੱਗਦੀਆਂ ਨੇ, ਜਾਂਦਿਆਂ ਤੇ ਆਉਂਦਿਆਂ ਰੋ ਅਵਰੋ। ਔਰ ਛਾੜਵ ਜਾਤੀ ਤੇ ਔੜਵ ਜਾਤੀ ਵਿੱਚ 5 ਸੁਰਾਂ ਲੱਗਦੀਆਂ ਨੇ। ਮਾਲ ਕੌਸ ਰਾਗ 5 ਸੁਰਾਂ ਦਾ ਹੈ। ਤੇ ਰਾਗ ਮਾਲਾ ਵਿੱਚ ਪਹਿਲਾ ਦਰਜਾ ਗੁਰੂ ਨੇ ਦਿੱਤਾ, ਰਾਗ ਮਾਲਾ ਵਿੱਚ ਲਿਖਿਆ ਪਹਿਲਾਂ। ਜੇ ਸੁਰਾਂ ਦੀ ਗੱਲ ਹੁੰਦੀ ਉਹ ਇਸ ਤਰ੍ਹਾਂ ਹੀ ਛੋਟਾ ਹੁੰਦਾ ਤੇ ਗੁਰੂ ਨੂੰ ਪਹਿਲ ਨਾ ਦਿੰਦੇ। ਕਈ ਸੰਪੂਰਨ ਜਾਤੀ ਦੇ ਰਾਗ ਨੇ ਜਿਨ੍ਹਾਂ ਨੂੰ 7 ਸੁਰਾਂ ਜਾਂਦਿਆਂ ਤੇ 7 ਆਉਂਦਿਆਂ ਲੱਗਦੀਆਂ। ਗੁਰੂ ਨੇ ਕਿਹਾ ਜਦੋਂ ਰਾਗ ਕੋਈ ਛੋਟਾ ਵੱਡਾ ਨਹੀਂ, ਤੁਸੀਂ ਬੰਦੇ ਦੀ ਕਿਸ ਤਰ੍ਹਾਂ ਨਿੰਦਿਆ ਕਰ ਦਿੱਤੀ। ਬੁਰਾ ਭਲਾ ਵੀ ਗੁਰੂ ਸਾਹਿਬ ਨੂੰ ਕਿਹਾ। ਪਰ ਸੱਚੇ ਪਾਤਸ਼ਾਹ ਨੇ ਮਿਸ਼ਨ ਜਿਹੜਾ ਸ਼ੁਰੂ ਕੀਤਾ ਸੀ ਨਾ, ਘਰ ਘਰ ਸ਼ਬਦ ਪਹੁੰਚਾਉਣ ਦਾ, ਟੁੱਟੀਆਂ ਸੁਰਤਾਂ ਨੂੰ ਸ਼ਬਦ ਨਾਲ ਜੋੜਨ ਦਾ, ਉਹ ਕੀਰਤਨ ਦੁਆਰਾ ਸੱਚੇ ਪਾਤਸ਼ਾਹ ਨੇ ਦਿੱਤਾ ਹੈ।
ਤੁਸੀਂ ਆਮ ਇਹ ਸਾਖੀ ਸੁਣੀ ਹੈ ਕਿ ਸੱਚੇ ਪਾਤਸ਼ਾਹ ਜੀ ਬਗਦਾਦ ਦੇ ਵਿੱਚ ਗਏ ਸੀ। ਜਦੋਂ ਗਏ, ਦਸਤਗੀਰ ਪੀਰ ਦਾ ਚੇਲਾ ਇਸ਼ਨਾਨ ਕਰਨ ਆਇਆ। ਸੱਚੇ ਪਾਤਸ਼ਾਹ ਨੇ ਪਹਿਲਾਂ ਬਾਣੀ ਪੜ੍ਹੀ, ਫਿਰ ਕੀਰਤਨ ਕੀਤਾ ਆਸਾ ਦੀ ਵਾਰ ਦਾ। ਉਹ ਸੁਣ ਕੇ ਗਿਆ, ਆਪਣੇ ਪੀਰ ਨੂੰ ਕਹਿੰਦਾ ਹੈ, ਮਹਾਰਾਜ ਇੱਕ ਖਬਰ ਸੁਣਾਉਣ ਆਇਆ। ਕਹਿੰਦੇ ਤੂੰ ਲੇਟ ਕਿਉਂ ਆਇਆ, ਕਿੱਥੇ ਚਲੇ ਗਏ ਹੋ? ਕਹਿੰਦਾ ਜੀ ਕੋਈ ਕਾਫਰ ਆਇਆ ਆਪਣੇ ਇਲਾਕੇ ਵਿੱਚ, ਉਹਨੇ ਰਾਗ ਗਾਵਿਆ ਹੈ ਜਿਹੜਾ ਤੁਸੀਂ ਮਨਾ ਕੀਤਾ ਹੈ। ਫਿਰ ਉਹਨਾਂ ਇੱਕ ਕਲਾਮ ਪੜ੍ਹੀ ਹੈ, ਬਾਣੀ ਪੜ੍ਹੀ ਹੈ, ਜਿਹਦੇ ਵਿੱਚ ਸਰਾਸਰ ਝੂਠ ਤੇ ਕੁਰਾਨ ਸ਼ਰੀਫ ਦੇ ਉਲਟ ਬੋਲਿਆ। ਕੁਰਾਨ ਵਿੱਚ ਤੁਸੀਂ ਲਿਖਿਆ 7 ਆਕਾਸ਼ ਨੇ, 7 ਪਾਤਾਲ ਨੇ, ਉਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ ਵੇਦ। ਵੇਦ ਕਹੇ ਨੇ ਇੱਕ ਬਾਤ, ਵੇਦ ਵੀ ਇਹੋ ਇੱਕ ਗੱਲ ਕਹਿੰਦੇ ਨੇ, ਇਤੀ ਨਾ ਇਤੀ ਨਾ, ਨੇਤ ਨੇਤ ਕਥੰਤ ਵੇਦਾ, ਬੇਅੰਤ ਬੇਅੰਤ ਵੇਦ ਕਥਨ ਕਰਦੇ ਨੇ। ਉਹਨਾਂ ਕਿਹਾ ਚਲੋ ਖਬਰ ਲੈਂਦੇ ਹਾਂ। ਉਹਨਾਂ ਸਮਿਆਂ ਵਿੱਚ ਸੰਗਸਾਰ ਕਰਨ ਦਾ ਰਿਵਾਜ ਸੀ, ਭਾਵ 2 ਹੱਥਾਂ ਵਿੱਚ ਇੱਕ ਇੱਕ ਪੱਥਰ ਪਕੜਨਾ, ਜਾ ਕੇ ਕਾਫਰ ਨੂੰ ਮਾਰਨਾ ਜਿਹੜਾ ਸ਼ਰ੍ਹਾ ਦੇ ਉਲਟ ਬੋਲੇ। ਜਦੋਂ ਝੂਮ ਇਕੱਠਾ ਹੋ ਕੇ ਗੁਰੂ ਸਾਹਿਬ ਵੱਲ ਆਇਆ, ਮਰਦਾਨਾ ਕਹਿਣ ਲੱਗਾ ਮਹਾਰਾਜ ਆ ਗਏ ਜੇ, ਕਿਸ ਤਰ੍ਹਾਂ ਬਚਾਂਗੇ? ਮਾਰੇ ਕਹਿੰਦੇ ਫਿਕਰ ਨਾ ਕਰ, ਕਰਤਾਰ ਨੂੰ ਯਾਦ ਕਰ, ਪ੍ਰਭੂ ਨੂੰ ਯਾਦ ਕਰ, ਇਹ ਤੇਰਾ ਕੁਛ ਨਹੀਂ ਵਿਗਾੜਨਗੇ। ਉਹ ਲਾਗੇ ਆ ਕੇ ਪੱਥਰ ਮਾਰਨ ਲੱਗੇ। ਸਤਿਗੁਰਾਂ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਆਖਿਆ, ਉਹਨਾਂ ਦੇ ਹੱਥ ਜਿਹੜੇ ਖੜੇ ਹੀ ਰਹਿ ਗਏ, ਥੱਲੇ ਹੀ ਨਹੀਂ ਆਏ। ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਨੇ, ਸੁਨ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਸੁੰਨ ਹੁੰਦੇ ਜੜ ਹੋ ਜਾਣਾ, ਜਿਸ ਤਰ੍ਹਾਂ ਠੰਡ ਬਹੁਤੀ ਲੱਗੇ ਹੱਥ ਸੁੰਨ ਹੋ ਜਾਂਦੇ ਆ, ਉਹਨਾਂ ਦੇ ਹੱਥ ਬਾਹਾਂ ਸੁੰਨ ਹੋ ਗਈਆਂ, ਉੱਤੇ ਹੀ ਰਹਿ ਗਈਆਂ। ਮੁੰਨ, ਮੂੰਹ ਤੋਂ ਗੁੰਗੇ ਹੋ ਗਏ, ਬੋਲਿਆ ਨਹੀਂ ਜਾਂਦਾ। ਤੇ ਪੀਰ ਵੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਕੀ ਬਣ ਗਿਆ। ਸ਼ਕਤੀਆਂ ਦਾ ਜ਼ੋਰ ਲਾਇਆ, ਫਿਰ ਉਤਰ ਕੇ ਆਇਆ, ਚਰਨਾਂ ਤੇ ਪਿਆ, ਮਾਫੀ ਮੰਗੀ। ਮਹਾਰਾਜ ਨੇ ਬਾਹਾਂ ਥੱਲੇ ਕਰੋ। ਸਤਿਗੁਰਾਂ ਨੇ ਸਤਿ ਸ੍ਰੀ ਅਕਾਲ, ਅਕਾਲ ਪੁਰਖ ਦਾ ਧੰਨਵਾਦ ਨਾ ਲੈ ਕੇ ਉਹਨਾਂ ਦੇ ਬਾਹਾਂ ਥੱਲੇ ਕਰਾਈਆਂ, ਫਿਰ ਬੈਠ ਗਿਆ। ਮਹਾਰਾਜ ਮੇਰਾ ਚੇਲਾ ਸੁਣਨ ਆਇਆ ਸੀ, ਤੁਸੀਂ ਰਾਗ ਗਾਵਿਆ ਹੈ, ਇਹ ਸਾਡੇ ਤੇ ਸ਼ਰ੍ਹਾ ਵਿੱਚ ਹਰਾਮ ਹੈ ਰਾਗ ਗਾਉਣਾ। ਮਹਾਰਾਜ ਕਹਿਣ ਲੱਗੇ ਗੱਲ ਸੁਣ, ਕਦੀ ਰਾਗ ਸੁਣਿਆ ਹੀ? ਕਹਿੰਦਾ ਤੋਬਾ ਖੁਦਾ ਦੀ, ਮੇਰੇ ਵੱਡਿਆਂ ਨਹੀਂ ਸੁਣਿਆ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਸੁਣੀ ਨਹੀਂ, ਵੇਖੀ ਨਹੀਂ, ਤੂੰ ਨਫ਼ਰਤ ਕਿਸ ਤਰ੍ਹਾਂ ਕੀਤੀ? ਆ ਬੈਠ, ਸੱਚ ਜਾਣੀ ਜਦੋਂ ਮੈਂ ਰਾਗ ਨੂੰ ਬਾਣੀ ਵਿੱਚ ਗਾਉਣਾ ਹੈ ਨਾ, ਬਾਣੀ ਪਾ ਕੇ ਰਾਗ ਵਿੱਚ, ਅਕਾਲ ਪੁਰਖ ਖੁਦਾ ਖੁਦ ਸੁਣਨ ਵਾਸਤੇ ਆਪ ਆਉਂਦਾ ਹੈ। ਆਖਿਆ ਵੀ ਰਾਗ ਦਾ ਕਸੂਰ ਨਹੀਂ, ਭਾਂਡੇ ਦਾ ਕਸੂਰ ਨਹੀਂ। ਭਾਂਡਾ ਸੋਨੇ ਦਾ ਹੋਵੇ, ਜ਼ਹਿਰ ਪਾ ਕੇ ਪੀ ਲਓ ਮੌਤ ਹੋ ਜਾਣੀ ਹੈ, ਅੰਮ੍ਰਿਤ ਪਾ ਕੇ ਪੀ ਲਓ ਮਿਰਤੀ ਸੋ ਰਹਿਤ ਹੋ ਜਾਓਗੇ। ਰਾਗ ਦਾ ਕਸੂਰ ਨਹੀਂ, ਭਾਂਡੇ ਦਾ ਕਸੂਰ ਨਹੀਂ, ਵਸਤੂ ਦਾ ਕਸੂਰ ਹੈ। ਤੁਸੀਂ ਰਾਗ ਗਾਉਂਦੇ ਰਹੇ, ਰਾਗਾਂ ਵਿੱਚ ਗੰਦ ਗਾਉਂਦੇ ਰਹੇ ਹੋ, ਅੱਜ ਵੀ ਘੱਟ ਨਹੀਂ। ਪੰਜਾਬ ਭਰ ਨਹੀਂ, ਹਿੰਦੁਸਤਾਨ ਦੇ ਵਿੱਚ ਕੁਝ ਹੋ ਰਿਹਾ। ਜਿਨ੍ਹਾਂ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਹੋ ਨਾ, ਉਹ ਕਥਾ ਵਿੱਚ ਸੁਣਾਉਂਦੇ ਹੁੰਦੇ ਸੀ ਬਚਨ। ਕਿਤੇ ਮੁਜਰਾ ਹੋ ਰਿਹਾ ਸੀ, ਕੋਈ ਮਹਾਂਪੁਰਖ ਤੁਰਿਆ ਜਾ ਰਿਹਾ ਸੀ, ਉਹ ਵੀ ਖਲੋ ਗਿਆ। ਮੌਜ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ। ਮਸ਼ਕਰੇ ਕਹਿਣ ਲੱਗੇ, ਹੈ ਸੰਤ ਵੀ ਆ ਗਏ ਹੈ। ਉਹਨਾਂ ਕਿਹਾ ਵੀ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ? ਸੰਤ ਕਹਿੰਦੇ ਦੱਸੋ। ਕਹਿਣ ਲੱਗੇ ਵੇਖ ਕਿਆ ਮਰਦੰਗ ਵੱਜ ਰਹੀ ਹੈ, ਕਿਆ ਤਾਰ ਵੱਜ ਰਹੀ ਹੈ, ਕਿਆ ਗਾਉਣ ਵਾਲੀ ਹੱਥ ਹਿਲਾ ਕੇ ਗਾ ਰਹੀ ਹੈ। ਉਹਨੇ ਆਖਿਆ ਇੰਨੀਆਂ ਲਾਹਣਤਾਂ ਬੜੀਆਂ, ਮੈਂ ਨਹੀਂ ਲੈ ਸਕਦਾ, ਤੁਸੀਂ ਸੁਣੋ। ਉਹਨੇ ਕਿਹਾ ਬਾਬਾ ਜਾਂਦਾ ਦੱਸ ਦੇ ਜਾ, ਆਂਦੀ ਕੀ ਹੈ? ਉਸ ਮਹਾਂਪੁਰਖ ਨੇ ਜਿਹੜੀ ਵਿਆਖਿਆ ਕੀਤੀ, ਉਹ ਸੰਤ ਕਰਤਾਰ ਸਿੰਘ ਜੀ ਖਾਲਸਾ ਸੁਣਾਉਂਦੇ ਹੁੰਦੇ ਸੀ। ਉਹਨਾਂ ਕਹਿਣਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਸ਼ੁਭ ਕਾਰਜ ਕੀ ਹੈ? ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਸੁਣਨੀ, ਪਰ ਸਾਨੂੰ ਚੰਗੀ ਨਹੀਂ ਲੱਗਦੀ। ਆਨੰਦ ਕਾਰਜ ਹੁੰਦੇ ਨੇ, ਮਖਾਂ ਹੀ 2 ਪਰਿਵਾਰਾਂ ਦੇ 5-7 ਜੀ ਹੁੰਦੇ ਨੇ, ਬਾਕੀ ਸਾਰੇ ਕੁਰਸੀਆਂ ਪੈਲਸ ਤੋੜਦੇ ਨੇ ਵੀ ਗਾਉਣ ਵਾਲੀ ਲੱਗੀ ਹੈ।
शुभ काज को छोड़ अकाज करें। रागी ਸਿੰਘਾਂ ਨੂੰ ਭੇਟਾ ਦੇਣ ਤੋਂ ਪਹਿਲਾਂ ਪੁੱਛਣਾ ਤੇ ਗਾਉਣ ਵਾਲੀ ਭਾਵੇਂ 5 ਲੱਖ ਦੇਣਾ ਪਵੇ ਦੇ ਦੇਣਾ। ਅਸ਼ੁਭ ਕਾਰਜ ਹੀ ਹੈ ਨਾ, ਬਾਣੀ ਦਾ ਸਤਿਕਾਰ ਨਹੀਂ। शुभ काज को छोड़ अकाज करें, लाज ना आवत है इनको। कहते लोगों को शर्म नहीं आती। एक रांड बलाए नचावत है, धन अर धाम लटावन को। एक भैड़े जीवन वाली नूं घर सददे ने, धन तां गया, ਲੱਖਾਂ रुपये दिते, ਲੱਖਾਂ रुपये वार के सुटे, ਲੱਖਾਂ रुपये गाउंदी नूं दिते, ਧਨ ਤਾਂ ਗਿਆ, ਧਾਮ ਘਰ ਵੀ ਲੁੱਟਿਆ ਗਿਆ। ਘਰ ਕੀ ਲੁੱਟਿਆ ਗਿਆ? ਧੀਆਂ ਭੈਣਾਂ ਤੇ ਭੈੜਾ ਅਸਰ ਪਿਆ। ਧਨ ਅਰ ਧਾਮ ਲਟਾਮਣ ਕੋ। ਉਸ ਮਹਾਂਪੁਰਖ ਨੇ ਅੱਗੇ ਬੜੀ ਸੁੰਦਰ ਗੱਲ ਕਹੀ। ਉਹ ਕਹਿੰਦੇ ਨੇ ਤੁਹਾਨੂੰ ਪਤਾ ਮਰਦੰਗ ਕੀ ਆਂਦੀ ਆ? ਤੁਸੀਂ ਮੈਨੂੰ ਆਂਦੇ ਸੋ। ਕਹਿੰਦੇ ਦੱਸ ਬਾਬਾ। ਉਹਨੇ ਕਿਹਾ ਮਰਦੰਗ ਕਹੇ ਧਿਕ ਹੈ ਦਿਕ ਹੈ। ਜੋ ਮਰਦੰਗ ਵੱਜਦੀ ਹੈ ਨਾ, ਜੋੜੀ ਵੱਜਦੀ ਹੈ, ਧਾਮਾਂ ਤੇ ਪੁੜਾ ਹੁੰਦਾ ਹੈ, ਧਾਮੇ ਤੇ ਗੇ ਵੱਜਦੀ ਹੈ। ਮਰਦੰਗ ਦੇ ਇੱਕ ਬੰਨੇ ਸ਼ਾਹੀ ਲੱਗੀ ਹੁੰਦੀ ਹੈ, ਪੁਰਾਣੇ ਸਮੇਂ ਆਟਾ ਲਾਉਂਦੇ ਹੁੰਦੇ ਸੀ, ਉਧਰ ਗੇ ਵੱਜਦੀ ਹੈ। ਮਰਦੰਗ ਕਹੇ ਧਿਕ ਹੈ ਧਿਕ ਹੈ। ਮਰਦੰਗ ਆਂਦੀ ਹੈ ਤ੍ਰਿਗਾਕਾਰ ਹੈ ਤ੍ਰਿਗਾਕਾਰ ਹੈ, ਫਿਟੇ ਮੂੰਹ ਫਿਟੇ ਮੂੰਹ। ਕਹਿੰਦੇ ਸੁਰਤਾਰ ਕਹੇ ਕਿਨਕੋ ਕਿਨਕੋ। ਤਾਰਾਂ ਦੀ ਕਿਨ 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 ਕਿਹਨੂੰ ਆਖਿਆ ਕਿਹਨੂੰ ਆਖਿਆ? ਕਹਿੰਦੇ ਤਬ ਹਾਥ ਹਿਲਾਏ ਕਿ ਰਾਂਡ ਕਹੇ ਇਨਕੋ ਇਨਕੋ ਇਨਕੋ। ਉਹ ਗਾਉਣ ਵਾਲੀ ਹੱਥ ਕਹੇ ਇਹਨਾਂ ਨਕੰਮਿਆਂ ਨੂੰ ਜਿਹੜੇ ਸੁਣਨਾ ਹੈ, ਹੋਰ ਕਿਹਨਾਂ ਨੂੰ? ਜੀਵਨ ਆਪਣਾ ਬਰਬਾਦ ਕੀਤਾ ਹੈ, ਰਹਿਣ ਇਹਨਾਂ ਦਾ ਵੀ ਪੱਲੇ ਕੱਖ ਨਹੀਂ ਦੇਣਾ। ਕਿਉਂਕਿ ਉਹਨਾਂ ਸੁਣਿਆ ਹੀ ਇਹ ਕੋਈ ਸੀ। ਸੁੰਨੀ ਵੀ ਵਿਰੋਧਤਾ ਕਰਦੇ ਸੀ, ਰਾਗ ਦੀ ਸ਼ਰਈ ਵੀ ਕਰਦੇ ਸੀ। ਔਰੰਗਜ਼ੇਬ ਨੇ ਤਾਂ ਦਾਖਲਾ ਬੰਦ ਕਰ ਦਿੱਤਾ ਸੀ ਗਵਈਆਂ ਦਾ ਕਿ ਲਾਲ ਕਿਲੇ ਨਹੀਂ ਆਉਣਾ। ਉਹਨਾਂ ਸਿੜੀ ਬਣਾਈ, ਹਰਾ ਕੱਪੜਾ ਬੱਧਾ, ਲਿਖਿਆ ਰਾਗ ਮੁਰਦਾ, ਲਾਲ ਕਿਲੇ ਵੱਲ ਚੱਲੇ। ਜਦੋਂ ਚੌਬਦਾਰ ਨੇ ਦੱਸਿਆ ਨਾ ਵੀ ਗਵਈਏ ਆ ਰਹੇ ਨੇ, ਉਹਨਾਂ ਸਿੜੀ ਬਣਾਈ ਹੈ। ਕਹਿੰਦਾ ਉਹਨਾਂ ਕੋ ਕਬਰ ਪੁੱਟੋ ਤੇ ਦੱਬ ਦਿਓ, ਇਹ ਮੁੜ ਕੇ ਬਾਹਰ ਨਾ ਆਵੇ। ਮੈਂ ਆਪਣੇ ਰਾਜ ਵਿੱਚ ਇਹ ਕਲੇਸ਼ ਨਹੀਂ ਪੈਣ ਦੇਣਾ। ਉਹਨੇ ਆਖਿਆ ਸਾਡੀ ਕਲਾ ਹੈ, ਕੀ ਬਣੂ? ਕਹਿੰਦੇ ਹੋਰ ਕੰਮ ਕਰ ਲਓ, ਇਹ ਕੰਮ ਮੈਂ ਨਹੀਂ ਕਰਨ ਦੇਣਾ। ਸ਼ਰਈ ਜਿਹੜੇ ਸੀ ਉਹ ਕਹਿੰਦੇ ਜੰਗ ਜੂ ਜਿਹੜੀਆਂ ਕੌਮਾਂ ਨੂੰ ਰਾਗ ਨਹੀਂ ਸੁਣਨਾ ਚਾਹੀਦਾ, ਦਿਲ ਕੋਮਲ ਹੋ ਜਾਂਦਾ ਹੈ। ਇੱਕ ਪਰਹੇਜ਼ਗਾਰ ਮੁਸਲਮਾਨ ਜਿਹੜੇ ਉਹ ਭਰਾ ਕਹਿੰਦੇ ਨੇ ਕਿ ਜਿਹਨੇ ਵੇਸ਼ਵਾ ਤੋਂ ਬਚਣਾ ਉਹ ਰਾਗ ਤੋਂ ਬਚੇ, ਕਿਉਂਕਿ ਉਹਨਾਂ ਵੇਖਿਆ ਹੀ ਕੁਝ। ਥਾਪ ਲੱਗੀ, ਤਾਰ ਵੱਜੀ, ਘੁੰਗਰੂਆਂ ਵਾਲੀ ਹੈਗੀ। ਅੱਜ ਨਵੀਂ ਗੱਲ ਹੈ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤਰਬਾਂ ਛੇੜ, ਬਾਣੀ ਆਈ ਹੈ, ਬਾਣੀ ਦਾ ਆਸਨ ਵਿਛਾ। ਲੋਕ ਹੈਰਾਨ ਹੋ ਗਏ। ਉਹਨੇ ਕਿਹਾ ਮਹਾਰਾਜ ਤੁਸੀਂ ਕਲਾਮ ਵੀ ਪੜ੍ਹੀ ਹੈ, ਉਹਦੇ ਵਿੱਚ ਲੱਖਾਂ ਆਕਾਸ਼ ਪਤਾਲ ਕਹੇ ਨੇ, ਸਾਡੇ ਵੱਡੇ ਕਹਿੰਦੇ ਨੇ 7 ਨੇ। ਮਾਰੇ ਕਹਿੰਦੇ ਜਿੰਨੀ ਅਕਾਲ ਪੁਰਖ ਨੇ ਸੋਝੀ ਤੁਹਾਡੇ ਵੱਡਿਆਂ ਨੂੰ ਬਖਸ਼ੀ ਉਹ ਦੱਸ ਕੇ ਨੇ, ਜਿੰਨੀ ਮੈਨੂੰ ਬਖਸ਼ੀ ਮੈਂ ਕਹੀ ਜਾਂਦਾ। ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੇ ਆਤ ਨੂੰ ਵਿਖਾ ਦਿੰਦੇ ਆ। ਕਹਿਣ ਲੱਗਾ ਮਹਾਰਾਜ ਮੈਂ ਬੁੱਢਾ ਠੇਰਾ ਕਿੱਥੇ ਜਾਊਂ, ਮੇਰਾ ਚੇਲਾ ਲੈ ਜਾਓ, ਇਹ ਮੇਰਾ ਪੁੱਤਰ ਹੈ, ਇਹਨੂੰ ਵਿਖਾ ਦਿਓ, ਆ ਕੇ ਕਹੂ ਵੇਖ ਲੈ ਤੇ ਮੈਂ ਮੰਨ ਜੂੰਗਾ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ। ਕਹਿੰਦੇ ਨੇ ਕਿ ਨਾਲ ਬੇਟਾ ਲੀਤਾ ਦਸਤਗੀਰ ਦਾ, ਅੱਖੀ ਮੀਟ ਗਿਆ ਹਵਾਈ। ਦਸਤਗੀਰ ਦਾ ਬੇਟਾ ਲੈ ਲਿਆ, ਹੱਥ ਫੜਿਆ, ਹਵਾਈ ਦੀ ਤਰ੍ਹਾਂ ਲੈ ਕੇ ਸੱਚੇ ਪਾਤਸ਼ਾਹ ਗੁਪਤ ਹੋ ਗਏ। ਲੱਖ ਪਾਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸ਼ਬਦ ਖਿਲਾਈ। ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਅੱਖ ਦੇ ਫਰਕਣ ਦੇ ਸਮੇਂ ਵਿੱਚ ਵਿਖਾ ਦਿੱਤੇ। ਜਿੱਥੇ ਜਾਂਦੇ ਗੁਰੂ ਨਾਨਕ ਦੀ ਸੰਗਤ ਹੈ, ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਦੀ। ਉਹ ਕਹਿੰਦਾ ਮਹਾਰਾਜ ਮੈਂ ਥੱਕ ਗਿਆ ਵੇਖ ਵੇਖ ਕੇ, ਮੈਂ ਕਹਿ ਦੂੰ ਆਪਣੇ ਗੁਰੂ ਨੂੰ ਪੀਰ ਨੂੰ ਕਿ ਬੜੇ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ। ਮਹਾਰਾਜ ਕਹਿੰਦੇ ਨਿਸ਼ਾਨੀ ਤੇ ਲੈ ਲਾ ਕੋਈ, ਉਹਨੂੰ ਵਿਖਾਵੀਂ। ਲੱਕੜ ਦਾ ਕੌਲਾ, ਕਚਕੌਲ ਜਿਹਨੂੰ ਕਹਿੰਦੇ, ਉਹ ਕੜਾਹ ਪ੍ਰਸ਼ਾਦ ਦਾ ਭਰ ਲਿਆ। ਭਾਈ ਗੁਰਦਾਸ ਜੀ ਗਵਾਹੀ ਦਿੰਦੇ ਨੇ, ਭਰ ਪ੍ਰਸ਼ਾਦ ਕਚਕੌਲ ਧਰੋ ਪਤਾਲੋਂ ਲਈ ਕੜਾਹੀ। ਪਤਾਲ ਦੇ ਵਿੱਚੋਂ ਕੜਾਹੀ ਕੜਾਹ ਪ੍ਰਸ਼ਾਦ ਲਿਆ। ਕਚਕੌਲ ਜਿਹੜਾ ਸੀ ਨਾ ਉਹ ਕੜਾਹ ਪ੍ਰਸ਼ਾਦ ਦਾ ਭਰ ਲਿਆ ਤੇ ਲਿਆ ਕੇ ਪੀਰ ਨੂੰ ਵਿਖਾਇਆ। ਉਹ ਮੰਨ ਗਿਆ। ਸੱਚੇ ਪਾਤਸ਼ਾਹ ਜੀ ਨੇ ਦੁਨੀਆ ਭਰ ਦੇ ਅੰਦਰ ਜਿਹੜੇ ਸੁਰਤਾਂ ਟੁੱਟੀਆਂ ਸੀ ਉਹਨਾਂ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕੀਤਾ। ਜਿਹੜਾ ਗੁਰੂ ਨਾਨਕ ਦਾ ਹੋ ਗਿਆ
जिन्हें गुरु नानक साहब का हुक्म मन लिया ਉਹਦਾ ਲੋਕ ਤੇ ਪ੍ਰਲੋਕ ਸਫਲਾ ਹੋ ਗਿਆ। ਅੱਜ ਇਹ ਸਮਾਗਮ ਪ੍ਰਾਰੰਭ ਹੋਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪ੍ਰਤੀ, ਗੁਰੂ ਪ੍ਰਤੀ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਕਿਤਨਾ ਗੁਰੂ ਨੇ। ਇਹ ਸਾਡੇ ਨਹੀਂ, ਦੁਨੀਆ ਭਰ ਦੇ ਗੁਰੂ ਨੇ। ਕੋਈ ਧਾਰਮਿਕ ਗ੍ਰੰਥ ਦੱਸ ਦਿਓ ਜਿਹਨੂੰ ਸਾਰੀ ਦੁਨੀਆ ਮੰਨਦੀ ਹੋਵੇ। ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਨੂੰ ਸਭ ਦੁਨੀਆ ਮੰਨਦੀ ਹੈ ਕਿ ਪੂਜਣਯੋਗ ਹੈ। ਆਓ ਸਮਾਂ ਤੁਰਿਆ ਜਾ ਰਿਹਾ ਹੈ, ਇਸੇ ਪ੍ਰਕਰਨ ਨੂੰ ਕੱਲ ਅੱਗੇ ਸ਼ੁਰੂ ਕਰਾਂਗੇ। ਮਹਾਂਪੁਰਖਾਂ ਦੇ ਜੀਵਨ ਦੇ ਪ੍ਰਤੀ ਵੀ ਆਪਾਂ ਵਿਚਾਰਾਂ ਕਰਾਂਗੇ। ਰਾਗੀ ਸਿੰਘਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਕਹੀ ਸੀ, ਦਾਸ ਦੇ ਮਨ ਵਿੱਚ ਹੀ ਫੁਰਨਾ ਆਇਆ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦੇ ਕੇ ਦੱਸੀਏ ਵੀ 4 ਯੁੱਗਾਂ ਵਿੱਚ ਗੁਰੂ ਨਾਨਕ ਦੀ ਵਡਿਆਈ ਹੈ, ਇੱਕ ਯੁੱਗ ਵਿੱਚ ਨਹੀਂ। ਹਰ ਇੱਕ ਵੇਦ ਸ਼ਾਸਤਰ ਉਹਨਾਂ ਦੇ ਆਉਣ ਤੋਂ ਪਹਿਲਾਂ ਲਿਖਿਆ ਹੈ ਕਿ ਕਲਯੁਗ ਅੰਦਰ ਗੁਰੂ ਨਾਨਕ ਸਾਹਿਬ ਪ੍ਰਗਟ ਹੋਣਗੇ। ਜਿਹਨੇ ਗੁਰੂ ਨਾਨਕ ਨੂੰ ਬਾਂਹ ਪਕੜਾ ਦਿੱਤੀ, ਜਿਹੜਾ ਗੁਰੂ ਨਾਨਕ ਦਾ ਹੋ ਗਿਆ, ਉਹਨੂੰ ਗੁਰੂ ਨੇ ਰੱਖ ਲਿਆ। ਆਹ ਮੈਂ ਪ੍ਰਮਾਣ ਕਹਿ ਕੇ ਸਮਾਪਤੀ ਕਰਾਂਗਾ। ਤੇ ਬੜੀ ਅਦਭੁਤ ਗੱਲ ਹੈ, ਸ਼ਾਇਦ ਕਈਆਂ ਨੇ ਸੁਣੀ ਵੀ ਨਾ ਹੋਵੇ। ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਨਹੀਂ ਬਗਦਾਦ ਵਿੱਚ ਗਏ, ਬਹੁਤ ਵੇਰਾਂ ਗਏ ਨੇ, ਬਹੁਤ ਵੇਰਾਂ। ਆਪਣੀ ਮੌਜ ਦੇ ਵਿੱਚ ਸੱਚੇ ਪਾਤਸ਼ਾਹ ਗਏ ਨੇ ਤੇ ਬਾਗ ਵਿੱਚ ਕੀਰਤਨ ਕਰ ਰਹੇ ਨੇ। ਇਹ ਮੁੱਖ ਕੰਮ ਸੀ। ਜਿੱਥੇ ਜਾ ਕੇ ਪੜਾਅ ਕਰਨਾ, ਪਹਿਲਾਂ ਕੀਰਤਨ ਕਰਨਾ, ਪ੍ਰਭੂ ਦੀ ਬੰਦਗੀ ਕਰਨੀ। ਕੀਰਤਨ ਇੱਕ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਵਿੱਚੋਂ ਕੀਰਤਨ ਭਗਤੀ ਹੈ, ਜਿਹੜੀ ਸਿੱਖਾਂ ਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ, ਰਹਿਮਤ ਕੀਤੀ ਹੈ। ਜਦੋਂ ਸੱਚੇ ਪਾਤਸ਼ਾਹ ਗਏ, ਕੀਰਤਨ ਕਰ ਰਹੇ ਸੀ, ਪ੍ਰਭੂ ਨਾਲ ਜੁੜੇ ਹੋਏ ਸੀ। ਇੱਥੇ ਇੱਕ ਮੁਸਲਮਾਨ ਪਰਿਵਾਰ ਰਹਿੰਦਾ ਸੀ। ਉਸ ਇਸਤਰੀ ਦਾ ਪਤੀ ਜਿਹੜਾ ਸੀ ਉਹ ਦਰਿਆ ਵਿੱਚ ਡੁੱਬ ਕੇ ਦੁਨੀਆ ਤੋਂ ਤੁਰ ਗਿਆ। ਇੱਕ ਬੱਚਾ ਸੀ, ਵਕਤਾਂ ਨਾਲ ਉਹਨੇ ਪਾਲਿਆ, ਦਿਹਾੜੀਆਂ ਲਾ ਲਾ ਕੇ ਮਿਹਨਤ ਕਰ ਕਰਕੇ ਉਹਨੂੰ ਵੱਡਾ ਕੀਤਾ। ਹੁਣ ਮਨ ਵਿੱਚ ਚਾਅ ਪੈਦਾ ਹੋਇਆ ਇਹਦੀ ਮੈਂ ਸ਼ਾਦੀ ਕਰਾਂ। ਹੁਣ ਜਿਹਦੇ ਨਾਲ ਗੱਲ ਚੱਲਦੀ ਹੈ ਰਿਸ਼ਤੇ ਦੀ, ਉਹ ਦਰਿਆਓਂ ਪਾਰ ਰਿਸ਼ਤਾ ਦੱਸਦਾ ਹੈ, ਕਹਿੰਦੀ ਮੈਂ ਨਹੀਂ ਕਰਨਾ। ਮੇਰੇ ਸਿਰ ਦੇ ਸਾਈਂ ਨੂੰ ਅੱਗੇ ਦਰਿਆ ਨੇ ਖਾ ਲਿਆ ਹੈ। ਇੱਕੋ ਇੱਕ ਮੇਰਾ ਮੁੰਡਾ ਹੈ, ਸਹੁਰੇ ਜਾਵੇਗਾ ਆਵੇਗਾ, ਮੇਰਾ ਧਿਆਨ ਰਹੇਗਾ, ਮੈਂ ਉੱਥੇ ਰਿਸ਼ਤਾ ਨਹੀਂ ਕਰਨਾ। ਸਮਾਂ ਲੰਘ ਗਿਆ, ਪਰ ਇਹ ਸੰਜੋਗ ਇੱਥੇ ਨਹੀਂ ਜੁੜਦੇ, ਇਹ ਜੁੜੇ ਆਉਂਦੇ ਨੇ, ਇੱਥੇ ਬਹਾਨਾ ਬਣਦਾ। ਸੰਜੋਗ ਦਰਿਆਓਂ ਪਾਰ ਸੀ, ਉਹ ਬਦੋ ਬਦੀ ਜੁੜ ਗਿਆ। ਸਮਾਂ ਨਿਯਤ ਹੋਇਆ ਨਿਕਾਹ ਪੜ੍ਹਨ ਦਾ। ਜਿੱਦਣ ਜਾ ਕੇ ਸ਼ਾਦੀ ਹੋਣੀ ਸੀ ਤਾਂ ਆਪਣੇ ਬੱਚੇ ਨੂੰ ਲੈ ਕੇ ਮਸੀਤ ਕੋਲ ਆ ਗਈ। ਅੰਦਰ ਤੇ ਜਾ ਨਹੀਂ ਸੀ ਸਕਦੀ ਕਿਉਂਕਿ ਆਰਡਰ ਨਹੀਂ। ਬਾਹਰ ਹੀ ਖਲੋਤੇ ਆਖਿਆ, ਅੱਲਾਹ ਤਾਲਾ ਮੇਰੇ ਬੱਚੇ ਨੇ ਦਰਿਆਓਂ ਪਾਰ ਵਿਆਹੁਣ ਜਾਣਾ ਹੈ ਤੇ ਤੂੰ ਇਹਦੀ ਰਕਸ਼ਾ ਕਰੀ, ਮੈਂ ਬਾਂਹ ਫੜਾਉਣ ਆਈ ਹਾਂ। ਕਹਿ ਕੇ ਚਲੇ ਗਈ। ਸਮਾਂ ਆਇਆ, ਬਰਾਤ ਦੀ ਤਿਆਰੀ ਹੋਈ, ਦਰਿਆ ਪਾਰ ਕਰਕੇ ਅਗਲੇ ਘਰ ਜਾ ਕੇ ਟੁੱਕੇ, ਨਿਕਾਹ ਪੜ੍ਹਿਆ ਗਿਆ। ਲਾੜੀ ਤੇ ਲਾੜੇ ਨੂੰ ਬਰਾਤ ਸਮੇਤ ਵਿਦਾ ਕੀਤਾ। ਬੇੜੀ ਵਿੱਚ ਬੈਠੇ, ਜਦੋਂ ਮੰਝਧਾਰ ਬੇੜੀ ਆਈ ਤੇ ਬੇੜੀ ਡੁੱਬ ਗਈ। ਨਾ ਬਰਾਤ ਲੱਭੀ ਤੇ ਨਾ ਲੜਕਾ ਲੜਕੀ ਲੱਭੇ। ਜਦੋਂ ਇਹਨੂੰ ਘਰ ਵਿੱਚ ਬੈਠੀ ਨੂੰ ਪਤਾ ਲੱਗਾ, ਇਹਦੇ ਭਾਦਾ ਤਾਂ ਨੇਰ ਛਾ ਗਿਆ। ਵਾਲ ਖਿੱਲਰ ਗਏ, ਪਿੱਟਦੀ ਹੈ, ਕੱਪੜੇ ਪਾਟ ਗਏ। ਮਸੀਤ ਵੱਲ ਦੌੜੀ ਤੇ ਆ ਕੇ ਕਹਿੰਦੀ, ਅੱਲਾਹ ਤਾਲਾ ਮੈਂ ਤੈਨੂੰ ਬਾਂਹ ਫੜਾ ਕੇ ਗਈ ਸਾਂ, ਵਰਨ ਦੇਵਤੇ ਤੇਰੀ ਪਰਵਾਹ ਨਹੀਂ ਕੀਤੀ। ਮੇਰੇ ਬੱਚੇ ਨੂੰ ਬਰਾਤ ਨੂੰ ਡੋਬ ਦਿੱਤਾ ਹੈ। ਵਿਲਕ ਰਹੀ ਸੀ। ਮੁੱਲਾ ਲਾਗਦੀ ਲੰਘਿਆ, ਉਹਨੂੰ ਤਰਸ ਆ ਗਿਆ। ਉਹਨੇ ਬਾਂਹ ਫੜ ਕੇ ਆਖਿਆ, ਮੇਰੀ ਭੈਣ, ਮਸੀਤ ਵਾਲਾ ਅੱਲਾ ਪਤਾ ਨਹੀਂ ਆਵਾਜ਼ ਦੇਵੇ ਕਿ ਨਾ ਦੇਵੇ, ਆ ਤੈਨੂੰ ਅੱਲਾ ਨਾਲ ਮਿਲਾਵਾਂ, ਆ ਤੈਨੂੰ ਅੱਲਾ ਦੇ ਦਰਸ਼ਨ ਕਰਾਵਾਂ। ਬਾਂਹ ਫੜ ਕੇ ਲੈ ਗਏ।
ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਸੀ, ਕਹਿਣ ਲੱਗੇ ਉਹ ਬੈਠਾ ਹੀ ਅੱਲਾ, ਉਹ ਬੈਠਾ ਹੀ ਖੁਦਾ। ਜਾ ਕੇ ਧਾ ਮਾਰੀ, ਚੀਕ ਮਾਰੀ। ਮਹਾਰਾਜ ਨੇਤਰ ਖੋਲ੍ਹ ਕੇ ਕਹਿੰਦੇ, ਬੱਚਾ ਕੀ ਗੱਲ ਹੈ? ਕਹਿੰਦੀ ਲੈ ਤੁਹਾਨੂੰ ਪਤਾ ਹੀ ਨਹੀਂ, ਆ 4 ਦਿਨ ਪਹਿਲਾਂ ਦੀ ਗੱਲ ਯਾਦ ਕਰੋ। ਮੈਂ ਤੈਨੂੰ ਮਸੀਹ 'ਚ ਲੱਭਦੀ ਆਈ ਹਾਂ, ਤੂੰ ਇੱਥੇ ਬੈਠਾ, ਤੈਨੂੰ ਬਾਂਹ ਫੜਾ ਕੇ ਗਈ ਸਾਂ, ਮੁੰਡਾ ਡੁੱਬਦਾ ਹੀ ਦਰਿਆ ਨੇ। ਮਰ ਕਿਤੇ ਚੱਲ ਚੱਲੀਏ ਫਿਰ ਦਰਿਆ ਕੋ। ਸੱਚੇ ਪਾਤਸ਼ਾਹ ਤੁਰ ਪਏ। ਉਹ ਬੀਬੀ ਮਗਰ ਮਗਰ ਦਰਿਆ ਦੇ ਕੰਢੇ 'ਤੇ ਆ ਕੇ ਸੱਚੇ ਪਾਤਸ਼ਾਹ ਨੇ ਆਖਿਆ, ਉਹ ਵਰਨ ਦੇਵਤਾ, ਇਸ ਬੱਚੀ ਨੇ ਆਪਣੇ ਬੱਚੇ ਦੀ ਸਾਨੂੰ ਬਾਂਹ ਫੜਾਈ ਸੀ, ਤੂੰ ਪਰਵਾਹ ਨਹੀਂ ਕੀਤੀ? ਬਰਾਤ ਦੇ ਸਮੇਤ ਲਾੜੀ ਲਾੜਾ ਬਾਹਰ ਕੱਢ ਪ੍ਰਗਟ ਕਰ। ਗੁਰੂ ਦੇ ਕਹਿਣ ਦੀ ਦੇਰ ਸੀ। ਚੌਥੇ ਦਿਨ ਬੇੜੀ ਬਰਾਤ ਦੇ ਸਮੇਤ ਲਾੜੀ ਲਾੜੇ ਸਵੇ ਉੱਤੇ ਧਰ ਕੇ ਆ ਗਈ। ਹੁਣ ਜਿਹੜੇ ਤਰਕਵਾਦੀ ਆ ਨਾ, ਉਹ ਕਹਿ ਦਿੰਦੇ ਆ ਵੀ ਇਹ ਗੱਪ ਹੈ, ਇਹ ਗੱਲਾਂ ਨੇ। ਪਰ ਮੈਂ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਬੈਠਾ ਦਾਸ ਬੇਨਤੀ ਕਰਦਾ, ਜਿਹਨੂੰ ਬੇੜੀ ਵੇਖਣੀ ਹੋਵੇ ਨਾ, ਉਹ ਬਗਦਾਦ ਸ਼ਹਿਰ ਚਲੇ ਜਾਓ। ਗੁਰਦੁਆਰਾ ਸਾਹਿਬ ਬੇੜੀ ਅਜੇ ਵੀ ਪਈ ਹੈ। ਉਹਦਾ ਇਤਿਹਾਸ ਸੁਣਾਇਆ ਜਾਂਦਾ ਹੈ ਵੀ ਉਹ ਬੇੜੀ ਹੈ ਜਿਹੜੀ ਚੌਥੇ ਦਿਨ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤੀ ਸੀ। ਆਪਾਂ ਵੀ ਧੰਨ ਗੁਰੂ ਨਾਨਕ ਨੂੰ ਆਪਣੀ ਬਾਂਹ ਪਕੜਾ ਦਈਏ, ਉਹਦੇ ਹੋ ਜਾਈਏ। ਅਸੀਂ ਇਹ ਕਹਿੰਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੇਰੇ ਆ, ਨਹੀਂ ਕਹਿੰਦੇ। ਅਸੀਂ ਮਾਇਆ ਜੋਗੇ ਹਾਂ, ਪਦਾਰਥਾਂ ਜੋਗੇ ਹਾਂ। ਜੋਗਾ ਸਿੰਘ ਨੇ ਕਿਹਾ ਸੀ ਤੇਰੇ ਜੋਗਾ, ਪਰ ਨਹੀਂ ਹੋ ਸਕਿਆ। ਜਦੋਂ ਮਹਾਰਾਜ ਕੋ ਗਿਆ ਨਾ, ਮਹਾਰਾਜ ਕਹਿੰਦੇ ਜੋਗਾ ਸੇ ਆ ਗਿਆ, ਕਹਿੰਦੇ ਪਾਤਸ਼ਾਹ ਆ ਗਿਆ। ਵਿਆਹ ਹੋ ਗਿਆ, ਕਹਿੰਦੇ ਅੱਧਾ ਪਚੱਧਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਜੀ ਆਨੰਦ ਕਾਰਜ ਹੋ ਗਿਆ, ਲੌਕਿਕ ਰੀਤੀ ਰਹਿੰਦੀ ਸੀ ਉਹ ਨਹੀਂ ਹੋਈ। ਮਹਾਰਾਜ ਕਹਿੰਦੇ ਕਰਾ ਕੇ ਆਉਣੀ ਸੀ। ਮਹਾਰਾਜ ਤੁਹਾਡਾ ਹੁਕਮ ਸੀ, ਆ ਜਾ ਜੋ ਕਰ। ਕਿਉਂ ਆਇਆ? ਮੈਂ ਤੁਹਾਡਾ। ਮਹਾਰਾਜ ਕਹਿੰਦੇ 16 ਆਨੇ ਝੂਠ, ਤੂੰ ਸਾਡਾ ਨਹੀਂ, ਤੂੰ ਤੇ ਵੇਸਵਾ ਜੋਗਾ ਸਾਂ। ਜੋਗਾ ਸਿੰਘ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਵੀ ਗੁਰੂ ਰਾਹ ਦੀ ਗੱਲ ਵੀ ਜਾਣਦਾ। ਅਸੀਂ ਇਸਤਰੀ ਤੋਂ ਲੁਕਾ ਕੇ, ਬੱਚਿਆਂ ਤੋਂ ਲੁਕਾ ਕੇ, ਸਮਾਜ ਤੋਂ ਲੁਕਾ ਕੇ ਪਾਪ ਕਰਦੇ ਹਾਂ, ਇਹ ਪਤਾ ਨਾ ਲੱਗ ਜਾਵੇ। ਪਰ ਬਾਣੀ ਆਂਦੀ ਹੈ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦਰਾਏ। ਛਪਾ ਕੇ ਰੱਖਦਾ ਹੈ, ਪਰ ਪ੍ਰਗਟ ਭੈ ਨਿਦਾਨ ਸਭ ਜਾਂ ਪੁੱਛੇ ਧਰਮ ਰਾਏ। ਉਹ ਪ੍ਰਗਟ ਹੋ ਜਾਣੇ ਆ, ਕਿਸ ਤਰ੍ਹਾਂ ਲੁਕਾ ਲਵੇਂਗਾ? ਮਾਰੇ ਕਹਿੰਦੇ ਆ ਨਹੀਂ ਤੂੰ ਝੂਠ ਬੋਲਦਾ ਹੈ, ਮੇਰੇ ਜੋਗਾ ਨਹੀਂ, ਤੂੰ ਵੇਸਵਾ ਜੋਗਾ ਸਾਂ। ਨਹੀਂ ਮਾਰੇ ਤਾਂ ਫਿਰ ਮਾਰੇ ਕਹਿੰਦੇ ਫਿਰ ਝੂਠ, ਮੇਰੇ ਜੋਗਾ ਨਹੀਂ, ਤੂੰ ਵੇਸਵਾ ਜੋਗਾ ਸਾ। ਜੋਗਾ ਸਿਆਂ ਉਹਦੇ ਮੈਂ ਕਿਹਾ ਸੀ ਤੇਰੇ ਜੋਗਾ, ਤੂੰ ਨਹੀਂ ਮੇਰੇ ਜੋਗਾ ਰਿਹਾ। ਤੂੰ ਕਿਹਾ ਸੀ ਮੈਂ ਗੁਰੂ ਜੋਗਾ, ਪਰ ਗੁਰੂ ਨੇ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਤੈਨੂੰ ਹੋ ਕੇ ਵਿਖਾ ਦਿੱਤਾ ਹੀ। ਅਸੀਂ ਵੀ ਕਹਿ ਦਈਏ ਗੁਰੂ ਤੇਰੇ ਜੋਗੇ ਆ, ਗੱਲਾਂ ਨਾ ਨਹੀਂ। ਦਾੜੀ ਕੇਸ ਰੱਖ ਕੇ, ਨਸ਼ੇ ਤਿਆਗ ਕੇ, ਖੰਡੇ ਬੱਟ ਦਾ ਅੰਮ੍ਰਿਤ ਛਕ ਕੇ, ਕਕਾਰਾਂ ਦੇ ਧਾਰਨਿਕ ਹੋ ਕੇ, ਬਾਣੀ ਬਾਣੇ ਵਿੱਚ ਪਰਪੱਕ ਹੋ ਕੇ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ, ਮਾਰ ਉਡਾਰੀ ਗੁਰ ਪੈ ਜਾਈ, ਤਿਸਮੈ ਭੇਦਨ ਰੰਚਕ ਭਾਈ, ਫਿਰ ਗੁਰੂ ਜ਼ਰੂਰ ਬਾਂਹ ਸਾਡੀ ਪਕੜੇਗਾ। ਅਸੀਂ ਗੁਰੂ ਦੇ ਹੋ ਜਾਈਏ, ਗੁਰੂ ਸਾਡਾ ਪਹਿਲਾਂ ਹੀ ਹੈ। ਜਦੋਂ ਅਸੀਂ ਨਹੀਂ ਗੁਰੂ ਦੇ ਬਣਦੇ, ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਵੇ। ਜਿਹੋ ਜਿਹਾ ਗੁਰੂ ਨੂੰ ਜਾਣਦੇ ਹੋ ਜਿਹਾ ਨੂੰ ਸੁਖ ਮਿਲਦਾ ਜਾਂਦਾ। ਗੁਰੂ ਰਹਿਮਤ ਕਰੇ। ਜੋ ਗੁਰੂ ਨਾਨਕ ਨੇ ਮਿਸ਼ਨ ਚਲਾਇਆ, ਸ਼ਬਦ ਦਾ ਪ੍ਰਚਾਰ ਕੀਤਾ, ਸ਼ਬਦ ਬਾਣੀ ਸਾਨੂੰ ਦਿੱਤੀ, ਜਿਸ ਤਰ੍ਹਾਂ ਇਹ ਗੁਰੂ ਅਰਜਨ ਸਾਹਿਬ ਜੀ ਨੇ ਸੰਕਲਪ ਕੀਤੀ, ਇਕੱਤਰ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਸੱਚਖੰਡ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਇਹ ਆਪਾਂ ਇਤਿਹਾਸ ਸਾਰੇ ਸੁਣਦੇ ਰਹਿੰਦੇ ਹਾਂ। ਗੁਰੂ ਰਹਿਮਤ ਕਰੇ। ਅਗਲੇ ਪ੍ਰਕਰਨ ਵਿੱਚ ਅੱਗੇ ਫਿਰ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤਿਨਾਂ ਦੇ ਅਨੰਦ ਸੇਵਕ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਹਰ ਇੱਕ ਹੁਕਮ ਨੂੰ ਸਿਰ ਮੱਥੇ 'ਤੇ ਮੰਨਿਆ। ਚਾਹੇ ਉਹ ਸ਼ਾਹੀ ਕਿਲੇ ਵਿੱਚੋਂ ਘੋੜੇ ਲਿਆਉਣ ਦਾ ਸੀ, ਚਾਹੇ ਬਲਦੇ ਭੱਠ ਵਿੱਚ ਬੈਠਣ ਦਾ ਸੀ, ਹਰ ਇੱਕ ਹੁਕਮ ਨੂੰ ਸਿਰ ਮੱਥੇ ਮੰਨਣ ਕਰਕੇ ਗੁਰੂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ। ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰਜ ਘਰ ਸੰਗ ਸੁਖੈਨੀ,
ਤੋਰ ਮੋਰ ਮੈਂ ਭੇਦ ਨ ਕੋਈ, ਗੁਰਸਿੱਖ ਨਾਮ ਰਹੇ ਅਬਦੋਈ। ਉਸ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਸਤਿਕਾਰਯੋਗ ਸੱਚਖੰਡ ਵਾਸੀ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ, ਇਹ ਵੀ ਕਥਾ ਵਿੱਚ ਬੇਨਤੀ ਕਰਾਂਗਾ ਕਿ ਸੰਤ ਕਰਤਾਰ ਸਿੰਘ ਖਾਲਸਾ ਜੀ ਨਾਲ ਕਿੰਨਾ ਪਿਆਰ ਸੀ ਉਹਨਾਂ ਦਾ। ਸੰਤ ਕਰਤਾਰ ਸਿੰਘ ਜੀ ਪਿਤਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਬਾਬਾ ਸੋਹਣ ਸਿੰਘ ਸਾਹਿਬ ਨੂੰ, ਪਿਤਾ ਜੀ ਕੀ ਹੁਕਮ ਹੈ। ਔਰ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ, ਸੰਤ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਜੀ, ਮਹਾਂਪੁਰਖਾਂ ਦੇ ਉੱਤਰਾਧਿਕਾਰੀ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ, ਗੁਰੂ ਦੇ ਦਰਸ਼ਨ ਕਰਨ ਵਾਸਤੇ ਯੂਕੇ ਵਿੱਚ ਪਹੁੰਚੇ ਨੇ। ਔਰ ਥੋੜ੍ਹੇ ਦਿਨ ਦਾ ਹੀ ਪੜਾਅ ਰੱਖਣਾ, ਮਹਾਂਪੁਰਖਾਂ ਨੇ ਕੈਨੇਡਾ ਨੂੰ ਜਾਣਾ ਹੈ। ਫਿਰ ਬਾਬਾ ਬਿਧੀ ਚੰਦ ਸਾਹਿਬ ਸਾਲਾਨਾ ਜੋੜ ਮੇਲਾ ਸੱਚਖੰਡ ਜਾਣ ਦਾ 17-18 ਤਰੀਕ ਦਾ, 14 ਨੂੰ ਮਹਾਂਪੁਰਖਾਂ ਨੇ ਸੁਰ ਸਿੰਘ ਪਹੁੰਚਣਾ ਹੈ। 1.5 ਵੀਕ ਮਹਾਂਪੁਰਖਾਂ ਨੇ ਕੈਨੇਡਾ ਰਹਿਣਾ ਹੈ। ਸੋ ਮਹਾਂਪੁਰਖ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਨੇ, ਤੁਹਾਡੇ ਹੁਕਮ ਦੇ ਅਨੁਸਾਰ ਆਏ ਨੇ, ਨਾਲ ਬਖਸ਼ਿਸ਼ਾਂ ਲਿਆਏ ਨੇ। ਉਹ ਸੈਕਟਰੀ ਸਾਹਿਬ ਗਿਆਨੀ ਜੀ ਨੇ ਬੋਲ ਹੀ ਦਿੱਤਾ ਹੈ, ਸੋਮਵਾਰ ਬਖਸ਼ਿਸ਼ਾਂ ਦੇ ਦਰਸ਼ਨ ਕਰਾਏ ਜਾਣਗੇ ਪੰਡਾਲ ਦੇ ਅੰਦਰ। ਔਰ ਸਾਡੇ ਅਤੀ ਸਤਿਕਾਰਯੋਗ ਸੋ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਘੋਲਾ ਸਿੰਘ ਸਾਹਿਬ ਜੀ, ਉਹ ਵੀ ਆਏ ਨੇ। ਉਹਨਾਂ ਨੂੰ ਵੀ ਜੀਓ ਆਇਆਂ ਨੂੰ। ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਮੈਂ ਮਹਾਂਪੁਰਖਾਂ ਦੀ ਆਏ ਜਥੇ ਦੀ ਆਪਣੀ ਹਾਜ਼ਰੀ ਫਤਿਹ ਦੇ ਰੂਪ ਵਿੱਚ ਲਵਾਵਾਂਗਾ। ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।